ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktrucklube.com QTL because we care. Quick Truck Lube. Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ. Seco Immigration Services, Gurcharan Seco, 22693 Hesperian Boulevard, Suite 250, Hayward, California. Call 510-200-9988. Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ. Seco Immigration Services, Gurcharan Seco, 22693 Hesperian Boulevard, Suite 250, Hayward, California. Call 510-200-9988. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 engines, International ਅਤੇ Automatic Transmissions, 5 ਸਾਲ ਦਾ Freightline dealership ਦਾ experience, ਇਹ engine, truck, trailer, AC, electrical, DPF, DEF repair ਕਰਦੇ ਹਨ, transmission, rear end, brakes, oil change ਕਰ ਦਿੰਦੇ ਹਨ, Certified 90-day DOT inspection ਅਤੇ Certified annual federal DOT inspection ਕਰਦੇ ਹਨ. 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7. ਨਵੇਂ ਕਸਟਮਰਸ ਲਈ 10% ਡਿਸਕਾਊਂਟ. ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ. ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15. ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ. ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ. भाई जी नवी DD15 चलाਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519-622 0660 5196220660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ। ਫੋਨ ਨੰਬਰ 6017972354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 4034049501 4034049501 ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071।
ਜੱਸੀ ਆ ਕੀ ਅਸੀਂ ਪਹੁੰਚ ਵੀ ਗਏ, ਤੁਸੀਂ ਹਾਲੇ ਤਿਆਰ ਨਹੀਂ ਹੋਏ? ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨਹੀਂ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 409 2000 या फिर कॉल करो 204 777 0460। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661 885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਦੇਸ਼ ਵਿਦੇਸ਼ ਦੇ ਵਿੱਚ ਰੇਡੀਓ ਪੰਜਾਬ ਟੂਡੇ ਸੁਣ ਰਹੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ। ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ ਤੇ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਸਾਹਿਬ ਵੱਲੋਂ ਆਪ ਸਭ ਦਾ ਸਵਾਗਤ ਹੈ। ਢਿੱਲੋਂ ਸਾਹਿਬ, ਤੁਹਾਡਾ ਵੀ ਸਵਾਗਤ ਹੈ ਜੀ। ਸ਼ੁਕਰੀਆ ਜੀ। ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਨੇ ਜਿਹੜੀਆਂ, ਉਹ ਤੇ ਟੀਕਾ ਟਿੱਪਣੀ ਲਈ ਜਿਹੜੀ ਪਹਿਲੀ ਖਬਰ ਆ, ਪਲੇਠੀ ਮੀਟਿੰਗ ਹੋਈ ਹੈ ਨਵੀਂ ਕੈਬਨਿਟ ਦੀ, ਕੀ ਕੁਛ ਹੋਇਆ ਜੀ ਫਿਰ? ਦੇਖੋ ਦਲਵੀਰ ਜੀ, ਆਮ ਤੌਰ 'ਤੇ ਅਸੀਂ ਦੇਖਦੇ ਹੁੰਦੇ ਹਾਂ ਕਿ ਜਦੋਂ ਕੈਬਨਿਟ ਦੀ ਮੀਟਿੰਗ ਹੁੰਦੀ ਹੋਵੇ ਤਾਂ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਕੋਈ ਵੀ ਮੁੱਦਾ ਕਦੇ ਬਾਹਰ ਨਹੀਂ ਆਉਂਦਾ ਹੁੰਦਾ ਜੀ। ਪੱਤਰਕਾਰ ਵੀ ਉਡੀਕਦੇ ਹੁੰਦੇ ਆ, ਜਿਨ੍ਹਾਂ ਲੋਕਾਂ ਨਾਲ ਕੰਸਰਨ ਹੁੰਦਾ ਹੈ, ਕੋਈ ਫੈਸਲੇ ਹੋਣੇ ਹੁੰਦੇ ਆ, ਉਹ ਵੀ ਉਡੀਕਦੇ ਆ ਕਿ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੀ ਹੋਊਗਾ। ਹਾਲਾਂਕਿ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਵੀ ਕਰ ਲੈਂਦੇ ਆ ਕਿ ਤੁਹਾਡਾ ਮਾਮਲਾ ਅਸੀਂ ਐਤਕੀ ਨਿਬੇੜ ਦਿਆਂਗੇ ਇਸ ਕੈਬਨਿਟ ਮੀਟਿੰਗ ਦੇ ਵਿੱਚ, ਲੇਕਿਨ ਜਨਤਕ ਤੌਰ 'ਤੇ ਕਦੇ ਐਲਾਨ ਨਹੀਂ ਕੀਤਾ ਜਾਂਦਾ ਹੁੰਦਾ ਕਿ ਅਸੀਂ ਇਹ ਕੁਛ ਕਰਾਂਗੇ ਜੀ। ਖੈਰ, ਮੈਂ ਛੋਟ ਦਿਨਾ ਚਰਨਜੀਤ ਸਿੰਘ ਚੰਨੀ ਨੂੰ ਕਿ ਉਹ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਜੀ। ਵੈਸੇ ਜੇ ਤਜਰਬੇ ਦੇ ਲਿਹਾਜ਼ ਤੋਂ ਦੇਖੀਏ ਤਾਂ ਚਰਨਜੀਤ ਸਿੰਘ ਚੰਨੀ ਹੋਰੀ ਬਿਲਕੁਲ ਗ੍ਰਾਸ ਰੂਟ ਲੈਵਲ ਤੋਂ ਚੱਲੇ ਹੈ। ਕੱਲ੍ਹ ਉਹਨਾਂ ਨੇ ਜਦੋਂ ਆਪਣੀ ਪਲੇਠੀ PC ਕੀਤੀ ਹੈ ਪ੍ਰੈਸ ਕਾਨਫਰੰਸ, ਉਹਦੇ ਵਿੱਚ ਉਹਨਾਂ ਨੇ ਆਪਣੇ ਬੀਤੇ ਦਾ ਜਿਹੜਾ ਹੈਗਾ ਵਰਣਨ ਕੀਤਾ, ਆਪਣੇ ਬਚਪਨ ਦਾ ਵਰਣਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਡੀਆਂ ਸਿਰ ਦੇ ਉੱਤੇ ਪ੍ਰੋਪਰ ਛੱਤ ਹੈ ਨਹੀਂ ਸੀ ਜੀ, ਕਿ ਅੱਜ ਵਰਗੀਆਂ ਛੱਤਾਂ ਹੈ ਨਹੀਂ ਸੀ। ਮੇਰਾ ਖਿਆਲ ਹੈ ਵੀ ਚੰਨੀ ਸਾਹਿਬ ਦੀ ਜਿਹੜੀ ਏਜ ਹੈ, ਇਸ ਏਜ ਗਰੁੱਪ ਦਾ ਕੋਈ ਵੀ ਸ਼ਖਸ ਅਜਿਹਾ ਨਹੀਂ ਹੋਊਗਾ ਇਸ ਖਿੱਤੇ ਦੇ ਵਿੱਚ ਜੀ, ਮਾਲਵੇ ਦੇ ਖਿੱਤੇ ਦੇ ਵਿੱਚ, ਜਿੱਥੇ ਜਿਨ੍ਹਾਂ ਦੇ ਕੋਲੇ ਆਪਾਂ ਕਹਿ ਸਕੀਏ ਕਿ ਪੂਰੇ ਜਿਹੜੇ ਹੈਗੇ ਲੈਂਟਰ ਪਾਏ ਹੋਣਗੇ ਜੀ। ਬਹੁਤ ਸਾਰੇ ਲੋਕ ਉਹ ਹੈ ਉਸ ਵੇਲੇ ਦੇ, ਜਿਨ੍ਹਾਂ ਦੇ ਵਿੱਚ ਮੈਂ ਆਪ ਵੀ ਆਉਣਾ, ਕਿ ਜਿਨ੍ਹਾਂ ਛੱਤਾਂ ਦੇ ਥੱਲੇ ਅਸੀਂ ਰਹਿੰਦੇ ਰਹੇ ਹਾਂ, ਸੌਂਦੇ ਰਹੇ, ਕੜੀਆਂ ਤੇ ਬਾਲਿਆਂ ਦੇ ਹੁੰਦੇ ਸੀ ਜੀ। ਇੱਥੋਂ ਤੱਕ ਹੁੰਦੇ ਸੀ ਕਈ ਵਾਰੀ ਕੜੀਆਂ ਤੇ ਬਾਲਿਆਂ ਦੀ ਬਜਾਏ ਸਿੱਧੀਆਂ ਡਾਂਗਾਂ ਪਾਈਆਂ ਹੁੰਦੀਆਂ ਸੀ, ਉਹਨਾਂ ਦੇ ਉੱਤੇ ਛੱਪਰ ਪਾਏ ਹੁੰਦੇ ਸੀ, ਫਿਰ ਉਹਨੂੰ ਜਿਹੜੀ ਮਿੱਟੀ ਦੇ ਨਾਲ ਲਿਪਿਆ ਜਾਂਦਾ ਸੀ। ਅੱਜ ਵੀ ਆਪਾਂ ਦੇਖਦੇ ਹਾਂ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਲੋਕ ਹੈਗੇ ਆ ਜਿਹੜੇ ਉਹਨਾਂ ਘਰਾਂ 'ਚ ਰਹਿੰਦੇ ਆ ਜਿਹਨੂੰ ਲਿਪਿਆ ਤੇ ਪੋਚਿਆ ਜਾਂਦਾ ਜੀ। ਖੈਰ, ਕਿਰਤ ਦੀ ਵਡਿਆਈ ਹੋਣੀ ਚਾਹੀਦੀ ਹੈ। ਬਾਬੇ ਨਾਨਕ ਨੇ ਕਿਰਤ ਦੀ ਵਡਿਆਈ ਕੀਤੀ ਹੈ, ਕਿਰਤੀ ਵਰਗ 'ਚੋਂ ਆਇਆ ਅਤੇ ਕਿਰਤੀ ਵਰਗ 'ਚੋਂ ਆ ਕੇ ਬੰਦਾ ਇੱਥੇ ਪਹੁੰਚਦਾ ਹੈ। ਪੜਾਅ ਉਹਨੇ ਬੜੇ ਪਾਰ ਕੀਤੇ ਹੈ ਜੀ। ਉਹਨਾਂ ਨੇ 2-3 ਵਾਰੀ ਉਹ ਰਹੇ ਹੈ, ਕੌਂਸਲਰ ਰਹੇ ਹੈ। ਉਹਨਾਂ ਦੇ ਪਿਤਾ ਜੀ ਸਰਦਾਰ ਹਰਸ਼ਾ ਸਿੰਘ ਪਿੰਡ ਦੇ ਸਰਪੰਚ ਰਹੇ ਹੈ ਜੀ। ਆਪ ਉਹ 3 ਵਾਰੀ ਵਿਧਾਇਕ ਬਣੇ ਹੈ। ਪਹਿਲੀ ਵਾਰੀ 2007 ਦੇ ਵਿੱਚ ਇੰਡੀਪੈਂਡੈਂਟ ਜਿੱਤੇ, ਫਿਰ 12 ਦੇ ਵਿੱਚ, ਫਿਰ 17 ਦੇ ਵਿੱਚ ਵਜ਼ੀਰ ਬਣੇ। ਤਜਰਬਾ ਤਾਂ ਉਹਨਾਂ ਨੂੰ ਹੈਗਾ, ਪਰ ਫਿਰ ਵੀ ਜਦੋਂ ਅਣਕਿਆਸੀ ਜਿਹੀ ਚੀਜ਼ ਤੁਹਾਨੂੰ ਕੋਈ ਮਿਲ ਜੇ ਜੀ, ਜਿਹਦੇ ਬਾਰੇ ਕਦੇ ਤੁਸੀਂ ਸੋਚਿਆ ਹੀ ਨਹੀਂ ਹੁੰਦਾ ਕਿ ਆਪਾਂ ਨੂੰ ਆਹ ਚੀਜ਼ ਮਿਲ ਸਕਦੀ ਹੈ, ਵੈਸੇ ਪ੍ਰਬੰਧ ਉਹ ਪਹਿਲਾਂ ਤੋਂ ਹੀ ਕਰੀ ਜਾਂਦੇ ਸੀ ਜੀ। ਕਿਉਂਕਿ ਇੱਕ ਵਾਰੀ ਕਹਿੰਦੇ ਵੀ
ਵਸਤੂ ਸ਼ਾਸਤਰ ਵਾਲਿਆਂ ਨੇ ਕਹਿਤਾ ਸੀ ਕਿ ਵਸਤੂ ਦੇ ਮੁਤਾਬਕ ਗੇਟ ਤੁਹਾਡਾ ਠੀਕ ਨਹੀਂ, ਇਹਨੂੰ ਗੇਟ ਨੂੰ ਜਿਹੜਾ ਇਸ ਪਾਸੇ ਕਰ ਲਿਓ, ਤੇ ਉਹ ਭੁੱਲ ਗਏ ਕਿ ਯੂਨੀਅਨ ਟੈਰੀਟਰੀ 'ਚ ਰਹਿੰਦੇ ਹੋ ਚੰਡੀਗੜ੍ਹ ਦੇ ਵਿੱਚ, ਉੱਥੇ ਉਹਨਾਂ ਦੇ ਨਿਯਮ ਜਿਹੜੇ ਉਹ ਲਾਗੂ ਹੁੰਦੇ, ਉਹਨਾਂ ਨੇ ਬਾਹਰ ਦੂਜੇ ਪਾਸੇ ਕੱਢ ਲਿਆ ਸੀ। ਅਖਬਾਰਾਂ 'ਚ ਖਬਰਾਂ ਲੱਗ ਗਈਆਂ ਸੀ, ਤੇ ਬਾਅਦ ਦੇ ਵਿੱਚ ਫਿਰ ਦਰਵਾਜ਼ਾ ਜਿਹੜਾ ਗੇਟ ਆ ਉਹ ਬੰਦ ਕਰਨਾ ਪੈ ਗਿਆ ਸੀ ਜੀ। ਇੱਕ ਵਾਰੀ ਕਹਿੰਦੇ ਆਂਢੀਆਂ ਗੁਆਂਢੀਆਂ ਦੇ ਵਿੱਚ ਬੜਾ ਅਚੰਭਾ ਪੈਦਾ ਹੋ ਗਿਆ ਜਦੋਂ ਇੱਕ ਹਾਥੀ ਆ ਗਿਆ ਸੀ, ਤੇ ਉਹ ਆਪਣੇ ਵਿਹੜੇ ਦੇ ਵਿੱਚ ਹਾਥੀ ਦੇ ਉੱਤੇ ਚੜ੍ਹ ਕੇ ਘਰ ਦੇ ਅੰਦਰ ਹੀ ਗੇੜੇ ਦੇਣ ਲੱਗ ਗਏ ਸੀ ਜੀ। ਉਹ ਕਿਸੇ ਨਮੂਜੀ ਨੇ ਦੱਸਿਆ ਸੀਗਾ ਕਿ ਜੇ ਤੁਸੀਂ ਹਾਥੀ 'ਤੇ ਚੜ੍ਹ ਜਾਓ ਤਾਂ ਸ਼ਾਇਦ ਮੁੱਖ ਮੰਤਰੀ ਬਣ ਸਕਦੇ ਹੋ। ਅਸੀਂ ਤਾਂ ਇਹਨਾਂ ਚੀਜ਼ਾਂ ਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੰਦੇ, ਪਰ ਮੇਰਾ ਖਿਆਲ ਵੀ ਚੰਨੀ ਸਾਹਿਬ ਦਾ ਕੱਲ੍ਹ ਵਿਸ਼ਵਾਸ ਹੋਰ ਪੱਕਾ ਹੋ ਗਿਆ ਉਹਨੇ, ਜਦੋਂ ਬਿਨਾਂ ਮੰਗਿਆ ਬਗੈਰ ਕੋਈ ਤਰੱਦਦ ਕੀਤਿਆਂ ਹੋਰ ਹੀ ਲੜਾਈ ਦੇ ਵਿੱਚੋਂ ਜੀ ਕਿਧਰੇ ਗਏ ਜਾਖੜ ਸਾਹਿਬ, ਕਿਧਰੇ ਗਏ ਰੰਧਾਵਾ ਸਾਹਿਬ, ਕਿਧਰੇ ਗਏ ਸਿੱਧੂ ਸਾਹਿਬ, ਤੇ ਦਾ ਉਹਨਾਂ ਦਾ ਲੱਗ ਗਿਆ। ਬੀਬੀ ਅੰਬਿਕਾ ਸੋਨੀ ਨੂੰ ਪੇਸ਼ਕਸ਼ ਕੀਤੀ ਸੀ, ਉਹਨੇ ਕਹਿਤਾ ਮੈਨੂੰ ਮਾਫ ਕਰੋ, ਸਿਆਣੀ ਹੈ, ਵਰਕਿੰਗ ਕਮੇਟੀ ਦੀ ਮੈਂਬਰ ਰਹੀ ਹੈ, ਪਾਰਲੀਮੈਂਟ ਦੀ ਮੈਂਬਰ ਹੈ, ਸੋਨੀਆ ਗਾਂਧੀ ਦੇ ਬੜੇ ਕਰੀਬ ਹੈ, ਬਹੁਤ ਵੱਡਾ ਮੁਕਾਮ ਹੈ ਉਹਨਾਂ ਦਾ। ਉਹਨਾਂ ਨੂੰ ਪਤਾ ਸੀ ਵੀ ਆ ਜਿਹੜੀ ਸੌਕ ਦੇ ਨਾਲ ਹੀ ਮਿਨਿਸਟਰੀ ਹੈ, ਇਹਦੇ 'ਚ ਮੈਂ ਕਰੂੰ ਵੀ ਕੀ, ਸਮਾਨ ਚੱਕ ਥਲ ਕੇ ਇੱਧਰ ਉੱਧਰ ਹੀ ਕਰਦੇ ਰਹਿ ਜਾਂਗੇ ਤੇ ਵਿਗਾੜ ਬਾਹਲਾ ਪੈ ਜੂ। ਉਹਨਾਂ ਨੇ ਕਹਿਤਾ ਜਿਹਨੂੰ ਮਰਜ਼ੀ ਬਣਾ ਲਿਓ, ਤੇ ਚੰਨੀ ਸਾਹਿਬ ਆ ਗਏ ਤੇ ਵਿਸ਼ਵਾਸ ਉਹਨਾਂ ਦਾ ਵੱਧ ਜਾਣਾ। ਫਿਰ ਖੈਰ ਮੈਂ ਉਹਨਾਂ ਨਾਲ ਇਹ ਰਿਆਇਤ ਕਰਦਾ ਕਿ ਉਹਨਾਂ ਨੇ ਜਿਹੜੀ ਪਹਿਲੀ PC ਦੇ ਵਿੱਚ ਐਲਾਨ ਕੀਤੇ ਸੀ, ਉਹ ਐਲਾਨ ਉਹਨਾਂ ਨੂੰ ਮਾਫ ਕੀਤੇ ਜਾਂਦੇ ਹੈ, ਉਹਨਾਂ ਨੂੰ ਇਹਦੀ ਰਿਆਇਤ ਮਿਲਣੀ ਚਾਹੀਦੀ ਹੈ, ਕਿਉਂਕਿ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀ, ਬੰਦਾ ਉਤਸ਼ਾਹ 'ਚ ਹੁੰਦਾ ਜੀ। ਪਰ ਵੱਡੀ ਗੱਲ ਇਹ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ, ਤੇ ਕੱਲ੍ਹ ਤੁਸੀਂ ਦੇਖਿਆ ਹੋਣਾ ਜਿਸ ਢੰਗ ਦੇ ਨਾਲ ਉਹ ਵਿਚਰ ਰਹੇ ਸੀ ਜੀ, ਜਿਸ ਢੰਗ ਦੇ ਨਾਲ ਉਹ ਕਮਾਂਡ ਦੇ ਰਹੇ ਸੀ ਜੀ, ਉਹ ਤੋਂ ਇਉਂ ਲੱਗਦਾ ਹੁੰਦਾ ਕਿ ਨਵਾਂ ਮੁੱਖ ਮੰਤਰੀ ਉਹਨਾਂ ਦੀ ਕਠਪੁਤਲੀ ਹੈ ਜੀ। ਮੁੱਖ ਮੰਤਰੀ ਨੇ ਸਹੁੰ ਚੁੱਕਣ ਵੇਲੇ ਚਲੋ ਕਾਂਗਰਸ ਦੇ ਪ੍ਰੈਜ਼ੀਡੈਂਟ ਨਾਲ ਰਹਿਣੇ ਚਾਹੀਦੇ ਸੀ। ਉਹ ਤੋਂ ਬਾਅਦ ਮੁੱਖ ਮੰਤਰੀ ਸਕੱਤਰੇਤ 'ਚ ਆਪਣੇ ਆਫਿਸ ਆਉਂਦੇ, ਸਕੱਤਰੇਤ ਦੇ ਵਿੱਚ ਆਉਂਦੇ ਪਹਿਲੀ ਵਾਰ ਤਾਂ ਉਹਨਾਂ ਨੂੰ ਗਾਰਡ ਆਫ ਆਨਰ ਮਿਲਣਾ ਸੀ, ਉਹਨਾਂ ਦਾ ਹੱਕ ਬਣਦਾ ਸੀ, ਗਾਰਡ ਆਫ ਆਨਰ ਦਿੱਤਾ ਗਿਆ, ਉਹ ਮੁਆਇਨਾ ਕਰਦੇ ਹੈ। ਔਰ ਉਸ ਵੇਲੇ ਵੀ ਨਵਜੋਤ ਸਿੰਘ ਸਿੱਧੂ ਜਿਵੇਂ ਵੇਖ ਕੇ ਵੀ ਕਿਤੇ ਗਲਤੀ ਫਲਤੀ ਤਾਂ ਨਹੀਂ ਹੁੰਦੀ, ਪਾਸੇ ਤੇ ਖੜੇ ਉਹ ਦੇਖ ਰਹੇ ਜੀ। ਉਹ ਪ੍ਰਭਾਵ ਵੀ ਜਿਹੜਾ ਚੰਗਾ ਨਹੀਂ ਗਿਆ, ਕਿਉਂਕਿ ਇੱਕ ਮੁੱਖ ਮੰਤਰੀ ਹੁੰਦਾ, ਚਾਹੇ ਉਹ ਕਿਰਤੀ ਵਰਗ 'ਚੋਂ ਆਉਂਦਾ, ਚਾਹੇ ਉਹ ਬਹੁਤ ਵੱਡੇ ਘਰ ਦੇ ਵਿੱਚੋਂ ਆਉਂਦਾ ਹੈ, ਉਹ ਮੁੱਖ ਮੰਤਰੀ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ, ਸਾਰੇ ਪੰਜਾਬ ਦਾ ਸਾਂਝਾ ਮੁੱਖ ਮੰਤਰੀ ਹੈ ਜੀ। ਉਹ ਕਿਸੇ ਇੱਕ ਬੰਦੇ ਦਾ ਨਹੀਂ, ਕਿਸੇ ਇੱਕ ਪਾਰਟੀ ਦਾ ਨਹੀਂ, ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਜੀ, ਕਿਉਂਕਿ ਜਦੋਂ ਬੰਦਾ ਓਥ ਗ੍ਰਹਿਣ ਕਰ ਲੈਂਦਾ, ਕੰਸਟੀਟਿਊਸ਼ਨ ਦੀ ਸਹੁੰ ਚੁੱਕ ਲੈਂਦਾ, ਉਹ ਸਾਂਝਾ ਬਣ ਜਾਂਦਾ। ਵੱਖਰੀ ਗੱਲ ਹੈ ਵੀ ਸਾਡੇ ਦੇਸ਼ ਦੇ ਵਿੱਚ ਇਹ ਰਵਾਇਤ ਹੈਗੀ ਹੈ ਕਿ ਅਸੀਂ ਆਪਣਾ ਪੁਰਾਣਾ ਜਿਹੜਾ ਪਿਛੋਕੜਾ ਛੱਡਦੇ ਨਹੀਂ, ਅਸੀਂ ਜਿਹਦੇ ਨਾਲ ਜੁੜੇ ਹੁੰਦੇ ਹਾਂ ਉਸੇ ਲਈ ਹੈ ਜੀ। ਮੈਨੂੰ ਕੱਲ੍ਹ ਇਹ ਵੀ ਬੜਾ ਅਟਪਟਾ ਲੱਗਿਆ ਕਿ ਰਾਹੁਲ ਗਾਂਧੀ ਓਥ ਸੈਰੇਮਨੀ 'ਚ ਆਇਆ ਸੀ ਜੀ, ਉਹਨੂੰ ਉਚੇਚੇ ਤੌਰ 'ਤੇ ਬੁਲਾਇਆ ਗਿਆ ਸੀ ਜੀ। ਔਰ ਆਉਣ ਦਾ ਮਤਲਬ ਇਹ ਸੀ ਕਿਉਂਕਿ ਪੰਜਾਬ ਦੀ ਕਾਂਗਰਸ ਨੂੰ ਇੱਕ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਆਉਣ ਵਾਲੇ ਦਿਨਾਂ 'ਚ ਜੀ। ਪੰਜਾਬ ਦੀ ਕਾਂਗਰਸ ਦੇ ਵਿੱਚ ਬਗਾਵਤ ਪੈਦਾ ਹੋ ਸਕਦੀ ਹੈ ਜੀ। ਉਸ ਬਗਾਵਤ ਨੂੰ ਠੱਲ ਪਾਉਣ ਵਾਸਤੇ ਕਿ ਜੋ ਕੁਝ ਹੋ ਰਿਹਾ ਹਾਈ ਕਮਾਂਡ ਦੀ ਮਰਜ਼ੀ ਨਾਲ ਹੋ ਰਿਹਾ ਤੇ ਹਾਈ ਕਮਾਂਡ ਕਰ ਰਹੀ ਹੈ। ਪਹਿਲੀ ਵਾਰੀ ਕਦੇ ਕਿਸੇ ਮੁੱਖ ਮੰਤਰੀ ਦੇ ਜਿਹੜੇ ਜਨਰਲ ਇਲੈਕਸ਼ਨਾਂ ਦੇ ਵਿੱਚ ਵੀ ਨਹੀਂ ਆਏ ਮਿਸਟਰ ਰਾਹੁਲ ਗਾਂਧੀ ਕੱਲ੍ਹ ਆਏ ਜੀ, ਆ ਕੇ ਭੱਜੇ ਵੀ ਬਥੇਰਾ, ਪਰ ਉਹ ਲੇਟ ਹੋ ਗਏ, ਉਹ ਸੈਰੇਮਨੀ ਪਹਿਲਾਂ ਹੋ ਗਈ ਸੀ। ਲੇਕਿਨ ਜਦੋਂ ਉਸ ਥਾਂ ਦੇ ਉੱਤੇ ਆਏ ਹੈ, ਦੁਆ ਸਲਾਮ ਆਪਾਂ ਸਾਰੇ ਹੀ ਕਰਦੇ ਹਾਂ। ਚੰਨੀ ਸਾਹਿਬ ਦਾ ਤੇ ਰਾਹੁਲ ਗਾਂਧੀ ਦੇ ਜੇ ਆਪਾਂ ਉਹਦਾ ਦੇਖੀਏ ਏਜ ਦਾ ਫਰਕ, ਤਾਂ ਫਰਕ ਕਾਫੀ ਹੈ। ਚੰਨੀ ਸਾਹਿਬ ਵੱਡੇ ਆ ਉਮਰ ਦੇ ਵਿੱਚ, ਰਾਹੁਲ ਜੀ ਛੋਟੇ ਹੈ ਜੀ। ਲੇਕਿਨ ਵੱਡੀ ਉਮਰ ਦਾ ਬੰਦਾ ਛੋਟੀ ਉਮਰ ਦੇ ਬੰਦੇ ਦੇ ਗੋਡੀ ਹੱਥ ਲਾਵੇ, ਮੈਨੂੰ ਇਹ ਗੱਲ ਵੀ ਚੁਭੀ ਜੀ। ਅਮਰਿੰਦਰ ਸਿੰਘ ਦਾ ਰੌਲਾ ਹੋਰ ਕੁਝ ਹੋਵੇ ਨਾ ਹੋਵੇ, ਉਹਦੇ ਵਿੱਚ ਲੱਖ ਊਨਤਾਈਆਂ ਹੋਣਗੀਆਂ, ਲੇਕਿਨ ਅਮਰਿੰਦਰ ਸਿੰਘ ਦਾ ਜਿਹੜਾ ਕਾਂਗਰਸ ਹਾਈ ਕਮਾਂਡ ਨਾਲ ਇੱਕ ਰੌਲਾ ਸੀ, ਉਹ ਇਹ ਵੀ ਸੀ ਕਿ ਰਾਹੁਲ ਗਾਂਧੀ ਦੇ ਆਲੇ ਦੁਆਲੇ ਵਾਲੇ ਜਿਹੜੇ ਲੋਕ ਸੀ ਨਾ, ਉਹ ਹਮੇਸ਼ਾ ਨਾਲਦਿਆਂ ਨੂੰ ਇਹ ਕਹਿੰਦੇ ਹੁੰਦੇ ਸੀ, ਆਉਣ ਵਾਲਿਆਂ ਨੂੰ ਕਹਿ ਸਕਦੇ ਸੀ ਕਿ ਰਾਹੁਲ ਨਾ ਕਹੋ, ਰਾਹੁਲ ਜੀ ਕਹੋ ਜੀ। ਅਮਰਿੰਦਰ ਸਿੰਘ ਨੂੰ ਵੀ ਕਹਿੰਦੇ ਇੱਕ ਵਾਰੀ ਇਹ ਕਿਹਾ ਗਿਆ ਵੀ ਤੁਸੀਂ ਰਾਹੁਲ ਜੀ ਕਹੋ, ਕਹਿੰਦਾ ਹੈ ਮੈਂ ਰਾਹੁਲ ਜੀ, ਮੇਰੇ ਤਾਂ ਬੱਚਾ ਹੈ ਇਹ ਜੀ, ਇਹਦਾ ਫਾਦਰ ਮੇਰਾ ਦੋਸਤ ਹੈ, ਅਸੀਂ ਇਕੱਠੇ ਇੱਕ ਸਕੂਲ 'ਚ ਪੜ੍ਹਦੇ ਰਹੇ ਹਾਂ, ਇਹਦੀ ਮਾਂ ਸਾਰਾ ਟੱਬਰ ਮੇਰੇ ਹੈ, ਮੈਨੂੰ ਅੰਕਲ ਕਹਿੰਦੇ, ਮੈਂ ਇਹਨੂੰ ਰਾਹੁਲ ਜੀ ਕਿ ਮੇਰਾ ਤਾਂ ਰਾਹੁਲ ਹੀ ਰਹੂਗਾ। ਲੇਕਿਨ ਕੱਲ੍ਹ ਜਿਹੜੀ ਉਹ ਗੱਲ ਹੋਈ ਇਹ ਵੀ ਚੰਗੀ ਨਹੀਂ ਲੱਗੀ। ਸ਼ੁਰੂਆਤ ਜਿਹੜੀ ਹੈਗੀ ਹੈ ਚਲੋ ਫਿਰ ਵੀ ਵਧੀਆ ਹੋਈ। ਉਹ ਤੋਂ ਬਾਅਦ ਉਹਨਾਂ ਨੇ ਕਿਹਾ ਜੀ, ਮੈਂ ਆਪਣੇ ਨੇ ਨਵਜੋਤ ਜੀ ਨੇ ਕਹਿਤਾ ਕਿ ਅੱਜ ਫੈਸਲੇ ਜਿਹੜੇ ਹੈਗੇ ਕਈ ਫੈਸਲੇ ਲੈ ਲਾਵਾਂਗੇ। 18 ਨੁਕਾਤੀ ਪ੍ਰੋਗਰਾਮ ਦੇ ਵਿੱਚੋਂ 5 ਨੁਕਤੇ ਹੈਗੇ ਸੀ, ਤੇ 5 ਨੁਕਤਿਆਂ ਦੇ ਅੱਜ ਵੱਡੇ ਫੈਸਲੇ ਲੈ ਲਾਂਗੇ। ਇਹ ਫੈਸਲੇ ਲੈਣ ਦਾ ਐਲਾਨ ਕਰਤਾ, ਅੰਦਰ ਚਲੇ ਗਏ। 3 ਬੰਦੇ ਹੈ, ਤਿੰਨਾਂ ਦੇ ਵਿੱਚੋਂ ਇੱਕ ਮੁੱਖ ਮੰਤਰੀ ਹੈ, 2 ਡਿਪਟੀ ਮੁੱਖ ਮੰਤਰੀ ਹੈ, 3 ਮੈਂਬਰੀ ਮੰਤਰੀ ਮੰਡਲ ਹੈ ਜੀ। ਉਹ ਤਾਂ ਉਹੀ ਸੋਚ ਕੇ ਗਏ ਸੀ ਜੋ ਚੰਨੀ ਸਾਹਿਬ ਨੇ ਐਲਾਨ ਕੀਤਾ ਸੀ, ਜੋ ਸਿੱਧੂ ਸਾਹਿਬ ਨੇ ਕਹਿਤਾ ਸੀ ਕਿ ਆਪਾਂ ਜਾਂਦਿਆਂ ਸਰ ਕਰ ਦੇਵਾਂਗੇ। ਹਾਲਾਂਕਿ ਉਹਨਾਂ ਦੇ ਵਿੱਚੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਆ ਤਜਰਬੇਕਾਰ ਹੈ ਜੀ,
ਉਹਨਾਂ ਨੂੰ ਪਾਰਲੀਮਾਨੀ ਮਾਮਲਿਆਂ ਦਾ ਪਤਾ ਹੈ, ਉਹਨਾਂ ਨੂੰ ਵਜ਼ਾਰਤ ਦਾ ਪਤਾ ਹੈ ਕਿ ਵਜ਼ਾਰਤ ਦਾ ਤੌਰ ਤਰੀਕਾ ਕੀ ਹੁੰਦਾ ਹੈ। ਤੇ ਕੱਲ ਜਾ ਕੇ ਫਿਰ ਜਿਹੜੀਆਂ ਕੱਲੀਆਂ ਗੱਲਾਂ ਕੀਤੀਆਂ ਜੀ, ਨਾਲ ਫਿਰ ਅਫਸਰ ਵੀ ਬਹਿੰਦੇ ਜੀ। IAS ਅਫੀਸਰ ਜਿਹੜੇ ਹੈਗੇ ਆ, ਉਹ IAS ਅਫੀਸਰ ਕਾਹਦੀ ਖਾਤਰ ਲੱਗਦੇ ਜੀ। ਕੋਈ MLA ਅਨਪੜ੍ਹ ਹੋ ਸਕਦਾ ਹੈ, ਵਜ਼ੀਰ ਵੀ ਅਨਪੜ੍ਹ ਹੋ ਸਕਦਾ ਹੈ, ਈਵਨ ਮੁੱਖ ਮੰਤਰੀ ਵੀ ਅਨਪੜ੍ਹ ਹੋ ਸਕਦਾ ਹੈ। ਸਾਡੇ ਦੇਸ਼ ਦੇ ਵਿੱਚ ਇਹ ਮਿਸਾਲਾਂ ਵੀ ਹੈਗੀਆਂ ਕਿ ਦੇਸ਼ ਦਾ ਕੇਂਦਰ ਦੇ ਵਿੱਚ ਜਿਹੜਾ ਐਜੂਕੇਸ਼ਨ ਮਿਨਿਸਟਰ ਸੀ, ਉਹ ਵੀ ਅਨਪੜ੍ਹ ਸੀ ਜੀ। ਉਹਨੇ ਵੀ ਜੋ ਦਸਤਖਤ ਕਰਨੇ ਹੁੰਦੇ ਸੀ ਨਾ, ਤਨਖਾਹ ਲੈਣ ਵਾਸਤੇ ਕਹਿੰਦਾ ਸੀ ਪਾਸੇ ਹਟ ਜਾਓ, ਮੈਂ ਆਪਦਾ ਨਾਂ ਲਿਖ ਦਿਆਂ ਜੀ। ਉਹ ਹੁੰਦਾ ਸੀਗਾ। ਇਸ ਕਿਸਮ ਦੇ ਹੁੰਦੇ ਰਹੇ। ਲੇਕਿਨ ਜਿਹੜੇ IAS ਅਫੀਸਰ ਨਾਲੇ ਲਾਏ ਜਾਂਦੇ ਕਿ ਉਹਨਾਂ ਨੇ ਦੱਸਣਾ ਕਿ ਸੰਵਿਧਾਨ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ ਤੁਸੀਂ ਕੀ ਕਰ ਸਕਦੇ ਹੋ, ਕੀ ਨਹੀਂ ਕਰ ਸਕਦੇ ਜੀ। ਕੱਲ ਫਿਰ ਜਿਹੜੀਆਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਉਹਨੂੰ ਕੱਲੀ ਬੈਠ ਕੇ ਆਪਾਂ ਗੱਲ ਕਰ ਲਈਏ। 3-3.5 ਘੰਟੇ ਮੀਟਿੰਗ ਚੱਲੀ, ਰਾਤ 11 ਵਜੇ ਤੱਕ ਪੱਤਰਕਾਰ ਉੱਥੇ ਨੀਂਦਰਾ ਕੱਟਦੇ ਰਹੇ। ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਉਹਦੇ ਵਿੱਚ ਕੀ ਹੈ ਜੀ, ਕਹਿੰਦੇ ਅਨੁਸੂਚਿਤ ਜਾਤੀਆਂ ਤੇ ਗਰੀਬੀ ਰੇਖਾ ਵਾਲਿਆਂ ਨੂੰ 200 ਦੀ ਬਜਾਏ ਅਸੀਂ 300 ਯੂਨਿਟ ਮੁਫਤ ਬਿਜਲੀ ਦੇਵਾਂਗੇ ਜੀ। ਇਹ ਕਹਿੰਦੇ ਸਾਡਾ ਫੈਸਲਾ, ਪਰ ਦਿੱਤੀ ਨਹੀਂ ਜੀ। ਕਿਹਾ ਕਿ ਜਿਹੜਾ ACS ਹੈ, ਬਿਜਲੀ ਵਿਭਾਗ ਨੂੰ ਡੀਲ ਕਰਦਾ, ਜਿਹਨੂੰ ਆਪਾਂ ਕਹਿ ਸਕਦੇ ਐਡੀਸ਼ਨਲ ਚੀਫ ਸੈਕਟਰੀ ਜੀ, ਸੀਨੀਅਰ ਆਫੀਸਰ ਹੈ, ਉਹ ਅਗਲੀ ਮੀਟਿੰਗ ਜਿਹੜੀ ਕੈਬਨਿਟ ਦੇ ਵਿੱਚ ਆਉਣੀ, ਉਹਦੇ ਵਿੱਚ ਤਜਵੀਜ਼ਾਂ ਲੈ ਕੇ ਆਵੇ ਜੀ। ਕਿਉਂਕਿ ਚੀਫ ਸੈਕਟਰੀ ਨੇ ਦੱਸਤਾ ਹੋਣਾ ਵੀ ਤੁਸੀਂ ਤਾਂ ਕੁਝ ਕਰ ਨਹੀਂ ਸਕਦੇ। ਤਜਵੀਜ਼ ਜਿਹੜੀ ਥੱਲੇ ਉਹ ਆਊਗੀ ਬਣ ਕੇ, ਉਹੀ ਆਊ ਪਹਿਲੀ ਮੀਟਿੰਗ ਦੇ ਵਿੱਚ, ਤੁਸੀਂ ਫੈਸਲਾ ਕਿਵੇਂ ਲੈ ਲਓਗੇ ਜੀ। ਇਹ ਕਹਿੰਦਾ ਤਜਵੀਜ਼ਾਂ ਲੈ ਕੇ ਆਓ। ਲਓ ਜੀ, ਹੁਣ ਦੂਜੀ ਗੱਲ ਆ ਗਈ, 200 ਜਿਹੜੀ ਹੈਗੀ ਯੂਨਿਟ ਤਾਂ ਪਹਿਲਾਂ ਹੀ ਮਿਲਦੀ ਹੈ। ਫਿਰ ਕਹਿੰਦੇ ਜੀ ਰੇਤ ਮਾਫੀਆ ਨੂੰ ਕਾਬੂ ਕਰਨ ਲਈ ਠੇਕੇਦਾਰੀ ਜਿਹੜੀ ਹੈ ਪ੍ਰਣਾਲੀ, ਇਹਨੂੰ ਖਤਮ ਕਰਨ ਤੇ ਵਿਚਾਰ ਕੀਤਾ ਗਿਆ ਜੀ ਕਿ ਇਹਨੂੰ ਖਤਮ ਕਿਵੇਂ ਕੀਤਾ ਜਾਵੇ। ਫੈਸਲਾ ਨਹੀਂ ਹੋਇਆ। ਤੇ ਜ਼ਮੀਨ ਮਾਲਕਾਂ ਨੂੰ ਖੇਤਾਂ 'ਚੋਂ ਰੇਤਾ ਕੱਢਣ ਦੀ ਇਜਾਜ਼ਤ ਦੇਵਾਂਗੇ ਜੀ, ਜਿਹਨੂੰ ਸਾਡੇ ਵਾਲੇ ਇਲਾਕੇ ਦੇ ਵਿੱਚ ਆਪਾਂ ਬਰੇਤੀ ਕਹਿ ਦਿੰਦੇ ਹਾਂ ਜੀ। ਬਰੇਤੀ ਨਿਕਲਦੀ ਹੈ, ਉਹਦੇ ਨਾਲ ਜੋ ਬਰੇਤੀ ਖੇਤਾਂ ਦੇ ਵਿੱਚੋਂ ਨਿਕਲੂਗੀ ਤੇ ਥੋੜ੍ਹਾ ਜਿਹਾ ਲੋਕਾਂ ਨੂੰ ਰਾਹਤ ਮਿਲੂਗੀ। ਕਹਿੰਦੇ ਇਹ ਵੀ ਰਾਹਤ ਦੇਵਾਂਗੇ, ਤਜਵੀਜ਼ ਉੱਥੇ ਵੀ ਆਉਣੀ ਹੈ ਜੀ, ਕਿਉਂਕਿ ਉਹ ਜਿਹੜਾ ਡਿਪਾਰਟਮੈਂਟ ਆ ਉਹ ਲੈ ਕੇ ਆਉਣਾ। ਤੀਸਰਾ ਆਉਂਦਾ ਜੀ, ਕਹਿੰਦੇ ਮਾਲੀ ਤੌਰ ਤੇ ਗਰੀਬ ਲੋਕਾਂ ਲਈ ਮਕਾਨ ਉਸਾਰੀ ਜਿਹੜਾ ਵਿਭਾਗ ਹੈ ਸ਼ਹਿਰਾਂ ਵਾਲਾ, ਉਹ ਕਹਿੰਦੇ ਵੀ 32,000 ਮਕਾਨਾਂ ਦੀ ਤੁਰੰਤ ਉਸਾਰੀ ਕਰਾ ਬਈ, ਤੇ ਆਸਾਨ ਕਿਸ਼ਤਾਂ ਤੇ ਜਿਹੜੇ ਹੈ ਲੋਕਾਂ ਨੂੰ, ਤਾਂ ਕਿ ਜਿਹੜੇ ਹੈ ਉਹ ਮਕਾਨ ਅਲਾਟ ਕੀਤੇ ਜਾ ਸਕਣ ਜੀ। ਇਹ ਫੈਸਲਾ ਵੀ ਇਹਦਾ ਨੂੰ ਆਪਾਂ ਕਹਾਂਗੇ ਨਵੀਨੀਕਰਨ ਹੈ ਜੀ, ਕਿਉਂਕਿ ਇਹ ਫੈਸਲਾ ਤਾਂ ਪਿਛਲੀਆਂ ਕੈਬਨਿਟ ਮੀਟਿੰਗਾਂ ਦੇ ਵਿੱਚ ਹੋਇਆ ਵਾ ਜੀ। ਇਹ ਤਾਂ ਕੈਪਟਨ ਦੀ ਸਰਕਾਰ ਵੇਲੇ ਹੋ ਗਿਆ ਸੀ, ਔਰ ਉਹਦਾ ਮਤਲਬ ਇੱਕ ਦੁਹਰਾਓ ਹੈ ਜੀ। ਇਹ ਤੋਂ ਅਗਲਾ ਆਉਂਦਾ ਜੀ, ਕਹਿੰਦੇ ਜੀ ਪਿੰਡਾਂ ਦੇ ਵਿੱਚ ਜਿਹੜੀਆਂ ਜਲ ਯੋਜਨਾਵਾਂ ਪੀਣ ਵਾਲੇ ਪਾਣੀ ਦੀਆਂ ਜੀ, ਉਹਨਾਂ ਨੂੰ ਜਿਹੜੀ ਹੈਗੀ ਪੀਣ ਵਾਲੇ ਪਾਣੀ ਦੀ ਸਪਲਾਈ ਵਾਸਤੇ, ਤੁਹਾਨੂੰ ਪਤਾ ਵੀ ਮੋਟਰ ਟੈਂਕੀ ਤਾਂ ਬਣੀ ਹੁੰਦੀ ਹੈ, ਥੱਲੇ ਮੋਟਰਾਂ ਨਾਲ ਪਾਣੀ ਚੱਕ ਕੇ ਉੱਪਰ ਚੜਾਇਆ ਜਾਂਦਾ ਹੈ, ਫਿਰ ਉਹ ਪਾਈਪਾਂ ਦੇ ਰਾਹੀਂ ਜਾ ਕੇ ਟੂਟੀਆਂ ਰਾਹੀਂ ਲੋਕਾਂ ਦੇ ਘਰਾਂ 'ਚ ਜਾਂਦਾ ਹੈ। ਲਗਭਗ ਸਾਰੇ ਹੀ ਪਿੰਡਾਂ ਦੇ ਵਿੱਚ ਕਈ ਲੱਖ ਰੁਪਈਆ ਬਕਾਇਆ ਪਿਆ, ਜਿਹਦੀ ਵਜ੍ਹਾ ਕਾਰਨ ਜਿਹੜੀਆਂ ਸਾਡੀਆਂ ਵਾਟਰ ਸਪਲਾਈ ਯੋਜਨਾਵਾਂ ਉਹ ਪ੍ਰਭਾਵਿਤ ਹੁੰਦੀਆਂ, ਕਈ ਵਾਰੀ ਕਨੈਕਸ਼ਨ ਵੀ ਕੱਟੇ ਜਾਂਦੇ ਜੀ। ਉਹਨਾਂ ਨੇ ਕਹਿ ਦਿੱਤਾ ਜੀ ਪੁਰਾਣੇ ਜਿਹੜੇ ਹੈਗੇ ਆ ਬਿੱਲ ਸਾਰੇ ਮਾਫ, ਤੇ ਨਵੇਂ ਜਿਹੜੇ ਹੈਗੇ ਆ ਬਿੱਲ ਲਏ ਨਹੀਂ ਜਾਣਗੇ, ਲੋਕਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ, ਇਹਨਾਂ ਮੋਟਰਾਂ ਨੂੰ ਕੋਈ ਲੱਗੂਗਾ ਨਹੀਂਗਾ, ਚਾਰਜਸ ਨਹੀਂ ਲੱਗਣਗੇ ਜੀ। ਇਹ ਬਿਲਕੁਲ ਉਸੇ ਤਰ੍ਹਾਂ ਆ ਜਾਣਾ ਜਿਵੇਂ ਆਪਾਂ ਖੇਤੀਬਾੜੀ ਵਾਸਤੇ ਦਿੰਦੇ, ਚਾਰਜਸ ਉੱਥੇ ਨਹੀਂ ਲੱਗਣਗੇ, ਲੇਕਿਨ ਸਟੇਟ ਗੌਰਮੈਂਟ ਨੂੰ ਉਹਦੇ ਚਾਰਜਸ ਜਿਹੜੀ ਹੈ ਪਾਵਰਕਾਮ ਨੂੰ ਦੇਣੇ ਪੈਣਗੇ। ਪਾਵਰਕਾਮ ਐਵੇਂ ਨਹੀਂ ਦੇਊਗੀ, ਉਹਦੇ 'ਚ ਆ ਜਾਣਾ। ਖੈਰ ਚੰਗੀ ਗੱਲ ਹੈ, ਇਹ ਵੀ ਵਧੀਆ ਗੱਲ ਕੀਤੀ, ਕਿਉਂਕਿ ਜੇ ਖੇਤਾਂ ਵਾਲਿਆਂ ਨੂੰ ਬਿਜਲੀ ਮੁਫਤ ਦਿੱਤੀ ਜਾ ਸਕਦੀ ਹੈ, ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਉਹ ਜਿਹੜੇ ਗਰੀਬ ਲੋਕ ਹੈ ਜੀ। ਔਰ ਸਾਡੇ ਪਿੰਡਾਂ ਦੀ ਜਿਹੜੀ ਅਸੀਂ ਮਾਲਵੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਉੱਥੇ ਸ਼ੁੱਧ ਪਾਣੀ ਨਾ ਹੋਣ ਦੀ ਵਜ੍ਹਾ ਕਾਰਨ ਧਰਤੀ ਹੇਠਲਾ ਪਾਣੀ ਦੂਸ਼ਿਤ ਹੈ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜੀ। ਸਟੇਟ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਸ਼ੁੱਧ ਵਾਤਾਵਰਨ ਮਿਲੇ ਤੇ ਸ਼ੁੱਧ ਪਾਣੀ ਮਿਲੇ, ਉਹ ਤਾਂ ਹੀ ਸੰਭਵ ਹੈ ਜੀ ਉਹ ਕਰਦੇ ਜੀ। ਉਹ ਤੋਂ ਅਗਲੀ ਗੱਲ ਆ ਜਾਂਦੀ ਹੈ ਜੀ, ਕਹਿੰਦੇ ਜੀ ਜਿਹੜੇ 5-5 ਮਰਲਿਆਂ ਦੇ ਪਲਾਟ ਦੇਣੇ ਗਰੀਬਾਂ ਨੂੰ, ਤੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਜੀ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ 5-5 ਮਰਲਿਆਂ ਦੇ ਪਲਾਟ ਜਿਹੜੇ ਹੈਗੇ ਆ, ਇਹ ਕਿਉਂਕਿ ਉੱਪਰ ਆ ਗਿਆ ਸਾਰਾ ਕੁਛ, 3 ਮਹੀਨੇ 100 ਦਿਨ ਰਹਿ ਗਿਆ ਕੰਮ ਵਾਲੇ ਇਹਨਾਂ ਕੋਲੇ। ਪੰਚਾਇਤਾਂ ਵਾਲੇ ਹਿਸਾਬ 'ਚ ਕੀ ਕਰਨਗੇ, ਬਲਾਕ ਸਮਿਤੀਆਂ ਨੂੰ ਇਹ ਜਿਹੜੇ ਹੈ ਪੰਚਾਇਤ ਸਮਿਤੀਆਂ ਨੂੰ ਅਧਿਕਾਰ ਦਿੱਤੇ ਜਾਂਦੇ ਆ ਕਿ ਤੁਸੀਂ ਤੇਜ਼ੀ ਨਾਲ ਨਿਪਟਾਰਾ ਕਰ ਦਿਓ ਜੀ। ਜਿੱਥੇ ਕਿਤੇ ਪੰਚਾਇਤਾਂ ਕੋਲੇ ਜ਼ਮੀਨਾਂ ਹੈਗੀਆਂ ਠੀਕ ਆ, ਬਾਕੀ ਜ਼ਮੀਨਾਂ ਖਰੀਦ ਕੇ ਬੇਜ਼ਮੀਨਾਂ ਨੂੰ ਤੁਸੀਂ ਜਿਹੜੇ ਹੈਗੇ ਉਹ ਪਲਾਟ ਵਗੈਰਾ ਦੇ ਦਿਓ। ਇਹਦੇ ਵਿੱਚ ਵੀ ਮੇਰੇ ਖਿਆਲ ਮੁਤਾਬਕ ਜਿਹੜੀ ਹੈਗੀ ਹੈ ਕਾਫੀ ਹੈ, ਜਾਂ ਤਾਂ ਕਮੇਟੀਆਂ ਇਸ ਕਿਸਮ ਦੀਆਂ ਬਣ ਕੇ ਸਰਬ ਪਾਰਟੀ ਕਮੇਟੀਆਂ ਬਣ ਜਾਂਦੀਆਂ। ਹੁਣ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ, ਅਸੀਂ ਅਕਾਲੀ ਰਾਜ 'ਚ ਦੇਖਦੇ ਰਹੇ, ਜਦੋਂ ਅਕਾਲੀਆਂ ਦਾ ਰਾਜ ਹੁੰਦਾ ਸੀ, ਜਿਹੜੇ ਕੋਈ ਮਤਲਬ ਇਸ ਕਿਸਮ ਦਾ ਸੀ ਵੀ ਘਰਾਂ ਵਾਸਤੇ ਗਰੰਟਾਂ ਆਉਂਦੀਆਂ ਸੀ, ਘਰਾਂ ਦੀ ਤੁਸੀਂ ਰਿਪੇਅਰ ਕਰ ਲਓ, ਉਹ ਆਪਣੇ ਜਿਹੜੇ ਹੈਗੇ ਲਾਈਨ ਦੇ ਬੰਦੇ ਜਿਹੜੇ ਉਹਨਾਂ ਨੂੰ ਟੋਕ ਕਰਦੇ ਸੀ, ਉਹਨਾਂ ਦੇ ਕਹੇ 'ਤੇ ਵੋਟਾਂ ਪਾਉਂਦੇ ਸੀ, ਉਹਨਾਂ ਦੇ ਕਰਵਾ ਦਿੰਦੇ ਸੀ। ਦੂਜੇ ਪਾਸੇ ਜੇ ਕੋਈ ਲੋੜਵੰਦ ਹੁੰਦਾ ਤਾਂ ਉਹਨੂੰ ਇਗਨੋਰ ਕਰ ਦਿੰਦੇ ਸੀ। ਮੈਂ
ਐਮਰਜੈਂਸੀ ਦੇ ਦੌਰ ਦੇ ਵਿੱਚ 20 ਨੁਕਾਤੀ ਇੰਪਲੀਮੈਂਟੇਸ਼ਨ ਕਮੇਟੀ ਦਾ ਮੈਂਬਰ ਰਿਹਾ ਜੀ। ਉਸ ਵੇਲੇ ਕੁਝ ਸਮਾਜ ਸੇਵੀਆਂ ਨੂੰ, ਪੱਤਰਕਾਰਾਂ ਨੂੰ, ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਪ੍ਰਤੀਨਿਧ ਆ ਉਹਨਾਂ ਨੂੰ ਮੈਂਬਰ ਬਣਾਇਆ ਹੁੰਦਾ ਸੀ। ਚੇਅਰਮੈਨ ਬਲਾਕ ਸੰਮਤੀ ਦਾ ਪ੍ਰਧਾਨ ਹੁੰਦਾ ਸੀ ਔਰ BDO ਹੈ ਜਿਹੜਾ ਉਹ ਸੈਕਟਰੀ ਹੁੰਦਾ ਸੀ। ਉਸ ਵੇਲੇ ਜਿਹੜੀ ਪਲਾਟਾਂ ਦੀ ਵੰਡ ਹੋਈ ਆ, ਅੱਜ ਤੱਕ ਲੋਕ ਉੱਥੇ ਘਰ ਪਾਈ ਬੈਠੇ ਆ। ਸਹੀ ਤਰੀਕਾ ਕਰਤਾ ਹੁੰਦਾ, ਖੈਰ ਇਹਨਾਂ ਨੇ ਕਰਤਾ ਜੀ। ਹੁਣ ਜਿਹੜੀ ਵੱਡੀ ਗੱਲ ਆ ਬਰਨਗੀ ਇਸ਼ੂ ਹੈ, ਬਰਨਗੀ ਇਸ਼ੂ ਹੈ ਜਿਹਦਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਪਿਆ ਜੀ। ਉਹਦੇ 'ਚ ਜਿਹੜੀ ਸਭ ਤੋਂ ਵੱਡਾ ਫੈਸਲੇ ਦੇ ਵਿੱਚ ਕੱਲ੍ਹ ਗੱਲ ਹੋਣੀ ਚਾਹੀਦੀ ਸੀ, ਉਹ ਹੋਣੀ ਚਾਹੀਦੀ ਸੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਉਹ ਰਿਪੋਰਟ, ਜਿਹੜੀ ਰਿਪੋਰਟ ਦਾ ਜ਼ਿਕਰ ਵਾਰ-ਵਾਰ ਸਿੱਧੂ ਸਾਹਿਬ ਵੀ ਕਰਦੇ ਸੀ, ਜਿਹਦਾ ਜ਼ਿਕਰ ਵਾਰ-ਵਾਰ ਬਾਗੀ ਵਜ਼ੀਰ ਵੀ ਕਰਦੇ ਸੀ, ਕਿ ਜਿਹੜੀ ਹਰਪ੍ਰੀਤ ਸਿੰਘ ਸਿੱਧੂ ਨੇ ਰਿਪੋਰਟ ਤਿਆਰ ਕੀਤੀ ਹੈ ਜੀ, ਜਾਂ ਜਿਹੜੀ ਚਟੋਪਾਧਿਆਏ ਨੇ ਰਿਪੋਰਟ ਤਿਆਰ ਕੀਤੀ ਹੈ, ਉਸ ਰਿਪੋਰਟ ਨੂੰ ਜਨਤਕ ਕਰਵਾਉਣ ਵਾਸਤੇ ਤੁਹਾਡੇ ਕੋਲੇ ਕੀ ਹੈ? ਇਹ ਫੈਸਲਾ ਕੱਲ੍ਹ ਹੋਣਾ ਚਾਹੀਦਾ ਸੀ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਸੰਬੰਧ ਵਿੱਚ ਕਿਸੇ ਨੇ ਗੱਲ ਹੀ ਨਹੀਂ ਕੀਤੀ ਜੀ। ਗੱਲ ਕੀਤੀ ਨਹੀਂ ਜਾ ਸਕਦੀ ਸੀ ਕਿਉਂਕਿ ਉਹਦੇ 'ਤੇ ਕਾਨੂੰਨੀ ਤੌਰ ਦੇ ਉੱਤੇ ਪੇਸ਼ਬੰਦੀਆਂ ਇਹੋ ਜਿਹੀਆਂ ਹੋਈਆਂ ਕਿ ਚਾਹੁਣ ਦੇ ਬਾਵਜੂਦ ਵੀ ਤੁਸੀਂ ਕੁਝ ਕਰ ਨਹੀਂ ਸਕਦੇ ਜੀ। ਸੋ ਸਾਰੀ ਚੀਜ਼ਾਂ ਕੱਲ੍ਹ ਇਹ ਕਰਤੀ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਪਹਿਲੀ ਕੈਬਨਿਟ ਦੀ ਮੀਟਿੰਗ ਸੀ ਜੀ, ਉਹ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਰੇ ਫੈਸਲੇ ਕਰਤੇ ਸੀ ਕਿ ਜੀ ਅਸੀਂ ਸਾਰਾ ਕੁਝ ਲਾਗੂ ਕਰ ਦਿਆਂਗੇ। ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਲਾਗੂ ਕਰਤਾ ਸੀ ਜੀ। ਪਰ ਮੈਨੀਫੈਸਟੋ ਕੈਪਟਨ ਸਾਹਿਬ ਤਾਂ ਕਹਿੰਦੇ ਆ ਜੀ 90% ਦੇ ਕਰੀਬ ਪੂਰਾ ਹੋ ਗਿਆ, ਲੋਕ ਕਹਿੰਦੇ ਕੁਝ ਵੀ ਨਹੀਂ ਪੂਰਾ ਹੋਇਆ। ਫਰਕ ਬਹੁਤ ਵੱਡਾ ਹੈ ਜੀ। ਔਰ ਕਾਂਗਰਸ ਹਾਈ ਕਮਾਂਡ ਨੇ ਵੀ 18 ਨੁਕਤੀ ਪ੍ਰੋਗਰਾਮ ਦਿੱਤਾ ਤੇ ਇਹ ਕਹਿੰਦੇ ਵੀ 90% ਦੀ ਬਜਾਏ ਫਿਰ ਤਾਂ ਜ਼ਿਆਦਾ ਰਹਿੰਦਾ। ਜੇ 18 ਨੁਕਤੇ ਹੋ ਰਹਿੰਦੇ ਤੇ ਅਹਿਮ ਇਸ਼ੂ ਰਹਿੰਦੇ ਆ, ਮੁੱਦੇ ਰਹਿੰਦੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੇ ਜਿਹੜਾ ਹੈਗਾ ਪਰੋਸ ਤਾਂ ਸਾਰਾ ਕੁਝ ਦਿੱਤਾ ਜੀ। ਅਮਲੀ ਤੌਰ ਤੇ ਫੈਸਲਾ ਅਜੇ ਕੋਈ ਵੀ ਨਹੀਂ ਹੋਇਆ ਕਿਉਂਕਿ ਉਹਦੇ ਵਿੱਚ ਅੜਿੱਕੇ ਹੈ, ਤਜਵੀਜ਼ਾਂ ਆਉਣਗੀਆਂ। ਜਦੋਂ ਤਜਵੀਜ਼ਾਂ ਆਉਣਗੀਆਂ ਉਹਦੇ ਵਾਸਤੇ ਪੈਸੇ ਦਾ ਪ੍ਰਬੰਧ ਕਿੱਥੋਂ ਕਰਨਾ, ਕੀ ਹੈ, ਬਜਟ ਪੇਸ਼ ਹੋ ਚੁੱਕਾ ਹੈ ਜੀ। ਪੈਸਾ ਕਿੱਥੋਂ ਆਊਗਾ ਜੀ। ਵੱਡਾ ਸਵਾਲ ਇਹ ਹੈ ਕਿ ਤੁਸੀਂ ਪੈਸਾ ਕਿੱਥੇ ਆਊਗਾ। ਮੈਨੂੰ ਬਹੁਤ ਵਧੀਆ ਲੱਗਦੀਆਂ ਕਈ ਗੱਲਾਂ, ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਜ਼ਰੂਰ ਹੈ ਵੀ ਅਸੀਂ ਆਹ ਕੁਛ ਦੇ ਦਾਂਗੇ, ਆਹ ਕੁਛ ਦੇ ਦਾਂਗੇ, ਫੈਸਿਲਿਟੀਜ਼ ਦੇ ਦਾਂਗੇ, ਲੇਕਿਨ ਤੁਹਾਡੇ ਕੋਲੇ ਜਿਹੜੇ ਹੈਗੇ ਉਹ ਪੈਸਾ ਕਿੱਥੋਂ ਆਊਗਾ? ਪੈਸਾ ਆਉਣ ਦੇ ਦੋ ਤਿੰਨ ਹੈਗੇ। ਕੁਛ ਤਾਂ ਪੈਸਾ ਜਿਹੜਾ ਹੈਗਾ ਸਾਡਾ ਚਲੋ ਸੈਂਟਰ ਦੇ ਵਿੱਚੋਂ ਜਿਹੜਾ GST ਰਾਹੀਂ ਜਾਂ ਟੈਕਸਾਂ 'ਚ ਹਿੱਸਾ ਬਣਦਾ। ਵੱਡੀ ਗੱਲ ਸਾਡੇ ਵਾਸਤੇ ਹੁੰਦੀ ਹੈ ਕਿ ਅਸੀਂ ਪੈਸਾ ਜਿਹੜਾ ਹੈਗਾ ਉਹ ਆਪਣੇ ਖਰਚੇ ਘਟਾਉਣੇ ਹੁੰਦੇ ਜੀ। ਹੁਣ ਇਸ ਮੌਕੇ ਦੇ ਉੱਤੇ ਚੋਣਾਂ ਉੱਤੇ ਖਰਚੇ ਕਿਵੇਂ ਘਟਾਉਣਗੇ? ਹੁਣ ਤਾਂ ਖਰਚੇ ਵਧਣਗੇ, ਲੋਕਾਂ ਨੂੰ ਫੈਸਿਲਿਟੀਜ਼ ਦੇਣਗੇ। ਇਹ ਇੱਕ ਵੱਡਾ ਸਵਾਲ ਹੈ, ਇਹ ਪਰਫਾਰਮ ਕਿਵੇਂ ਕਰਨਗੇ? ਮੇਰੀ ਵੈਸੇ ਇਹ ਮੇਰੀਆਂ ਸ਼ੁਭਕਾਮਨਾਵਾਂ ਚੰਨੀ ਸਾਹਿਬ ਵਾਸਤੇ, ਮੰਤਰੀ ਮੰਡਲ ਵਾਸਤੇ, ਕਿ ਉਹ ਮਤਲਬ ਜਿਹੜੀਆਂ ਇਹਨਾਂ ਨੂੰ ਪੂਰਾ ਕਰਨ। ਬਿਲਕੁਲ। ਲੇਕਿਨ ਇਹਨੂੰ ਪੂਰਾ ਕਰਨ ਵਾਸਤੇ ਸਾਧਨ ਕਿੱਥੋਂ ਆਉਣਗੇ, ਇਹ ਇੱਕ ਵੱਡਾ ਸਵਾਲ ਖੜਾ ਹੋਇਆ। ਢਿੱਲੋਂ ਸਾਹਿਬ ਬਿਲਕੁਲ ਤੁਹਾਡੀ ਗੱਲ ਦੇ ਨਾਲ ਹੀ ਗੱਲ ਜੋੜਦਾ ਕਿ ਵੱਡਾ ਚਾਰਟਰਡ ਪਲੇਨ ਆ ਜਿਹੜਾ ਉਹ ਖਰਚੇ ਘਟਾ ਰਿਹਾ, ਵਧਾ ਰਿਹਾ, ਇਹ ਵੀ ਇਸ ਗੱਲ ਦੀ ਗਵਾਹੀ ਭਰਦਾ। ਚਲੋ ਉਹ ਆਪਾਂ ਵੇਖ ਲੈਂਦੇ ਉਹਦੇ 'ਤੇ। ਉਹ ਹੁਣ ਗਏ ਆ ਦਿੱਲੀ ਨੂੰ, ਪਹਿਲੀ ਵਾਰੀ ਗਏ ਆ, ਸ਼ਾਇਦ ਕਈ ਵਾਰੀ ਕੋਈ ਜ਼ਿਆਦਾ ਹੁੰਦਾ ਹੈ। ਨਿੱਕੀ ਨਿੱਕੀ ਗੱਲ ਦੇ ਉੱਤੇ ਵੀ ਸਾਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਵੈਸੇ ਚੰਨੀ ਸਾਹਿਬ ਨੇ ਕੱਲ੍ਹ ਕਿਹਾ ਸੀ ਕਿ ਮੈਂ ਆਮ ਬੰਦਾ ਜੀ। ਬਾਕੀ ਤਾਂ ਕਹਿੰਦੇ ਗੱਲਾਂ ਹੀ ਕਰਦੇ ਫਿਰਦੇ ਨਾ। ਦੇਖੋ ਆਮ ਬੰਦਾ ਕਹਿੰਦੇ ਬੈਠਾ ਕੁਰਸੀ 'ਤੇ, ਆਮ ਬੰਦੇ ਨੂੰ ਇੱਥੇ ਬਿਠਾਤਾ ਤੁਸੀਂ। ਹੁਣ ਆਮ ਨਹੀਂ, ਤੁਸੀਂ ਖਾਸ ਬਣ ਗਏ। ਖਾਸ ਬਣ ਗਏ ਕਿਉਂਕਿ ਤੁਸੀਂ ਮੁੱਖ ਮੰਤਰੀ ਹੋ। ਚਾਰਟਰਡ ਪਲੇਨ ਤਾਂ ਮੇਰਾ ਖਿਆਲ ਹੈ ਉਹ ਜੇ ਆਮ ਤੋਂ ਖਾਸ ਬਣੇ ਤਾਂ ਹੀ ਹੋਇਆ ਨਾ, ਐਵੇਂ ਨਹੀਂ ਜੀ। ਆਮ ਬੰਦਾ ਸੀ, ਆਮ ਪਰਿਵਾਰ 'ਚ, ਆਮ ਘਰ 'ਚ ਜੰਮਿਆ ਸੀ। ਇਹੀ ਚੀਜ਼ ਹੈ। ਬਹੁਤ ਸਾਰੇ ਬੰਦੇ ਜਿਹੜੇ ਹੈ ਚੰਨੀ ਸਾਹਿਬ ਦੀ ਇਸ ਗੱਲ ਨੂੰ ਲੈ ਕੇ ਕਿਸ ਫਿਰਕੇ ਦੇ ਵਿੱਚ, ਕਿਸ ਪਰਿਵਾਰ ਦੇ ਵਿੱਚ ਪੇਸ਼ ਹੋਏ, ਆਪਣਾ ਪੈਦਾ ਹੋਏ, ਉਹ ਕਹਿੰਦੇ ਜੀ ਤਾਂ ਫਲਾਣੇ ਘਰਾਣੇ 'ਚ ਪੇਸ਼, ਉਹਨੂੰ ਮਤਲਬ ਇੱਕ ਕਿਸਮ ਦਾ ਉਹਨੂੰ ਨੁਮਾਇਸ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਸਾਨੂੰ ਵੋਟਾਂ ਪਾਓ ਜੀ, ਅਸੀਂ ਇਸ ਭਾਈਚਾਰੇ 'ਚੋਂ ਬੰਦਾ ਬਣਾਤਾ ਜੀ। ਪਰ ਮਾਫ਼ ਕਰਨਾ, ਮੇਰੇ ਕੋਲ ਬਹੁਤ ਸਾਰੀਆਂ ਮਿਸਾਲਾਂ ਪਈਆਂ ਜਦੋਂ ਆਮ ਘਰਾਣਿਆਂ 'ਚੋਂ, ਛੋਟੇ ਘਰਾਣਿਆਂ 'ਚੋਂ ਕਿਰਤੀ ਲੋਕਾਂ ਦੇ ਵਿੱਚੋਂ ਬੰਦੇ ਖਾਸ ਬੰਦੇ ਬਣਦੇ ਹੈ, ਉਦੋਂ ਫਿਰ ਉਹ ਨਹੀਂ ਰਹਿੰਦੇ, ਉਹਨਾਂ ਬਾਰੇ ਸੋਚਦੇ ਨਹੀਂ ਜੀ। ਮੈਂ ਗੱਲ ਕਰਨੀ ਚਾਹੂੰਗਾ, ਬਹੁਤ ਲੰਬਾ ਸਮਾਂ ਇਸ ਦੇਸ਼ ਦਾ ਬਹੁਤ ਵੱਡਾ ਲੀਡਰ ਰਿਹਾ ਬਾਬੂ ਜਗਜੀਵਨ ਰਾਮ ਜੀ। ਗਰੀਬ ਤਬਕੇ 'ਚੋਂ ਆਉਂਦਾ ਸੀ। ਬਾਬੂ ਜਗਜੀਵਨ ਰਾਮ ਜ਼ਰੂਰ ਅਮੀਰ ਰਿਹਾ, ਉਹਨਾਂ ਦਾ ਪਰਿਵਾਰ ਅਮੀਰ ਹੋ ਗਿਆ, ਉਹਨਾਂ ਨੇ ਕਦੇ ਗਰੀਬਾਂ ਵੱਲ ਝਾਕਿਆ। ਪੰਜਾਬ ਦੇ ਵਿੱਚੋਂ ਅਸੀਂ ਗੱਲ ਕਰੀਏ ਸਰਦਾਰ ਬੂਟਾ ਸਿੰਘ ਜੀ, ਗੁਰਸਿੱਖ ਵੀ ਸੀ ਪੂਰਾ, ਖੁਨਾਮੀ ਕੀਤੀ, ਗੱਲ 'ਚ ਫੱਟੀ ਪਾ ਕੇ ਤੁਰਿਆ ਵੀ ਫਿਰਦਾ, ਮੈਂ ਪਾਪੀ ਤੂੰ ਬਖਸ਼ਣਹਾਰ, ਬਖਸ਼ਾਇਆ ਵੀ ਉਹਨੇ, ਭਾਂਡੇ ਵੀ ਮਾਂਜੇ, ਸਾਰਾ ਕੁਝ ਕੀਤਾ ਕਰਾਇਆ। ਆਪਣੇ ਆਪ ਨੂੰ ਕਹਿੰਦਾ ਸੀ ਮੈਂ ਬਹੁਤ ਗਰੀਬ ਬੰਦਿਆਂ 'ਚੋਂ ਆਉਣਾ, ਮੈਂ ਕਿਰਤੀ ਬੰਦਿਆਂ 'ਚੋਂ, ਮੈਂ ਗਰੀਬ ਪਰਿਵਾਰ 'ਚੋਂ ਆਉਣਾ। ਮੈਨੂੰ ਮੌਕਾ ਮਿਲਿਆ ਸੀ ਸਰਦਾਰ ਬੂਟਾ ਸਿੰਘ ਦੇ ਇੱਕ ਫੰਕਸ਼ਨ ਦੇ ਵਿੱਚ ਜਾਣ ਦਾ। ਮੇਰਾ ਤਾਂ ਵੈਸੇ ਉਹਨਾਂ ਨਾਲ ਕੋਈ ਸੰਬੰਧ ਨਹੀਂ, ਕੋਈ ਮਿੱਤਰ MLA ਸੀ, ਮੈਂ ਉਹਦੇ ਨਾਲ ਚਲਾ ਗਿਆ। ਉਹ ਕਹਿੰਦਾ ਚੱਲੀਏ। ਅਸੀਂ ਜਦੋਂ ਗਏ, ਉਹ ਫੰਕਸ਼ਨ ਸੀ ਵਿਆਹ ਵਾਲਾ, ਉੱਥੇ ਵਿਆਹ ਦੇ ਵਿੱਚ ਸਾਰਾ ਕੁਝ ਚੱਲਦਾ। ਸਾਡੇ ਤਾਂ ਹੁਣੇ ਰਵਾਇਤ ਚੱਲੀ ਹੈ
ਕਿ ਆਪਣੇ ਘਰਾਂ ਦੇ ਵਿੱਚ ਜਿਹੜੀ ਮਿਡਲ ਕਲਾਸ ਜਾਂ ਸੋ ਕਾਲਡ ਮਿਡਲ ਕਲਾਸ ਜਾਂ ਜਿਹੜੀ ਅਪਰ ਮਿਡਲ ਕਲਾਸ ਹੈ ਜੀ, ਉੱਥੇ ਬੰਦਿਆਂ ਵਾਂਗੂ ਬੀਬੀਆਂ ਵੀ ਆਪਦੇ ਸ਼ੁਗਲੇ ਬੁਗਲੇ ਕਰ ਲੈਂਦੀਆਂ ਜੀ। ਤੇ ਜਦੋਂ ਮੈਂ ਉੱਥੇ ਦੇਖਿਆ ਉੱਥੇ ਬੀਬੀਆਂ ਸ਼ੁਗਲੇ ਬੁਗਲੇ ਕਰੀ ਜਾਂਦੀਆਂ ਤੇ ਮੈਂ ਆਪਣੇ ਮਿੱਤਰ ਨੂੰ ਕਿਹਾ, ਕਿਉਂਕਿ ਮੇਰਾ ਮਿੱਤਰ ਵੀ ਜਿਹੜਾ ਹੈਗਾ ਉਹ ਕਿਰਤੀ ਜਮਾਤ ਚੋਂ ਆਉਂਦਾ ਸੀ, ਜੀ, ਪੁਰਾਣਾ ਕਾਮਰੇਡ ਸੀ। ਮੈਂ ਕਿਹਾ ਆਪਾਂ ਕਿੱਥੇ ਆ ਗਏ? ਕਹਿੰਦਾ ਕੀ ਗੱਲ? ਮੈਂ ਕਿਹਾ ਯਾਰ ਆਪਾਂ ਤੇ ਇਹ ਬੂਟਾ ਸਿੰਘ ਦਾ ਪਰਿਵਾਰਕ ਫੰਕਸ਼ਨ ਹੈ, ਇਸ ਫੰਕਸ਼ਨ ਦੇ ਵਿੱਚੋਂ ਸਾਰਾ ਕੁਛ ਹੀ ਚੱਲੀ ਜਾਂਦਾ। ਜਿਹੜੇ ਬਾਹਲੇ ਵੱਡੇ ਕਰ ਦਿੰਦੇ ਮੈਨੂੰ ਕਹਿੰਦਾ ਤੈਨੂੰ ਕੀ ਭੁਲੇਖਾ ਪੈ ਗਿਆ? ਜੀ। ਮੈਂ ਕਿਹਾ ਸਰਦਾਰ ਬੂਟਾ ਸਿੰਘ ਕਿਸ ਪਰਿਵਾਰ ਚੋਂ ਆਇਆ? ਕਹਿੰਦਾ ਆਇਆ ਤਾਂ ਸਾਡੇ ਚੋਂ ਹੈ ਜੀ, ਪਰ ਬੱਚੇ ਤਾਂ ਕਹਿੰਦਾ ਅਪਰ ਕਲਾਸਾਂ ਦੀਆਂ ਕੁੜੀਆਂ ਨਾਲ ਵਿਆਹੇ ਵੀ, ਇੱਥੇ ਤੱਕ ਕਲਾਸ ਖਤਮ ਹੋ ਜਾਂਦੀ ਹੈ ਜੀ, ਉਹ ਕਲਾਸਾਂ ਖਤਮ ਹੋ ਜਾਂਦੀਆਂ ਜੀ। ਇੱਥੇ ਇੱਕ ਸਾਡੇ IPS ਅਫੀਸਰ ਹੁੰਦੇ ਸੀ, ਗੱਲਾਂ ਪੁਰਾਣੀਆਂ ਹੁਣ ਯਾਦ ਆ ਜਾਂਦੀਆਂ। ਪੰਜਾਬ ਬੁੱਕ ਸੈਂਟਰ ਇੱਕ ਬਹੁਤ ਵਧੀਆ ਪ੍ਰੋਗਰੈਸਿਵ ਸਾਹਿਤ ਦੀ ਹੁੰਦੀ ਸੀਗੀ, ਸੈਂਟਰ ਖੁੱਲ੍ਹਿਆ ਸੀ ਚੰਡੀਗੜ੍ਹ, ਅੱਜ ਵੀ ਉਹਦੀ ਇੱਕ ਉੱਥੇ ਹੈਗਾ ਮੇਨ। ਉਦੋਂ ਉਹ ਨੁਮਾਇਸ਼ਾਂ ਲਾਉਂਦੇ ਹੁੰਦੇ ਸੀ, ਵੱਖ-ਵੱਖ ਸ਼ਹਿਰਾਂ 'ਚ ਜਾਂਦੇ, ਅਤੇ ਬਠਿੰਡੇ ਆਪਣੇ ਚਿਲਡਰਨ ਪਾਰਕ ਦੇ ਵਿੱਚ ਉਹਨਾਂ ਨੇ ਨੁਮਾਇਸ਼ ਲਾਉਣ ਦਾ ਪ੍ਰੋਗਰਾਮ ਬਣਾ ਲਿਆ। ਅਤੇ ਉਹ ਕਹਿੰਦੇ ਜੀ ਅਸੀਂ ਨੁਮਾਇਸ਼ ਲਵਾਉਣੀ ਹੈ ਅਤੇ ਗੱਲ ਕਰੋ ਕਿਸੇ ਅਫਸਰ ਦੀ ਵਾਈਫ, ਜੇ ਆ ਕੇ ਉਹਦਾ ਉਦਘਾਟਨ ਕਰਦੇ ਅਸੀਂ ਲੋਕਾਂ ਨੂੰ ਦੇਵਾਂਗੇ ਕਾਰਡ ਵਗੈਰਾ, ਅਤੇ ਅਫਸਰ ਦੀ ਵਾਈਫ ਦਾ ਨਾਂ ਸੁਣ ਕੇ ਲੋਕ ਵਾਹਵਾ ਆ ਜਾਂਦੇ ਜੀ। ਬੱਚਿਆਂ ਵਾਲੀਆਂ ਕਿਤਾਬਾਂ ਅਸੀਂ ਉਹ ਸਪਲਾਈ ਕਰਾਂਗੇ ਅਤੇ ਕਿਤਾਬਾਂ ਲੈ ਲੈਣ ਆ ਜਾਣਗੇ, ਆਪਣੀ ਬੱਲੇ ਬੱਲੇ ਹੋ ਜਾਣੀ ਹੈ। ਚਲੋ ਜਿਸ ਬੰਦੇ ਦੀ ਡਿਊਟੀ ਲਈ ਸੀ ਮੈਂ ਵੀ ਉਹਦੇ ਨਾਲ, ਮੈਂ ਬੜਾ ਜੂਨੀਅਰ ਸੀ ਉਹ ਤੋਂ, ਅਸੀਂ SSP ਕੋਲੇ ਚਲੇ ਗਏ। SSP ਨੂੰ ਜਾ ਕੇ ਕਿਹਾ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਚਾਹ ਪਾਣੀ ਪੀਣ ਲੱਗੇ। ਦੱਸੋ ਜੀ ਐਂ ਕਰਕੇ ਅਤੇ ਉਦਘਾਟਨ ਕਰਾਉਣਾ ਮੈਡਮ ਕਰ ਦੇਣਗੇ? ਉਹ ਕਹਿੰਦਾ ਕਰ ਦੇਣਗੇ ਜੀ। ਦੱਸੋ ਜੀ ਮੈਡਮ ਦਾ ਨਾਂ ਕੀ ਹੈ? ਜਦੋਂ ਉਹਨਾਂ ਨੇ ਮੈਡਮ ਦਾ ਨਾਂ ਲਿਆ, ਮੈਡਮ ਦਾ ਨਾਂ ਲਿਆ ਤਾਂ ਮਾਡਰਨ ਜੀ। ਉਹ ਮੇਰਾ ਜਿਹੜਾ ਸੱਜਣ ਸੀ ਜਿਹਦੀ ਡਿਊਟੀ ਲੱਗੀ ਸੀ ਉਹ ਗਰੀਬ ਤਬਕੇ 'ਚੋਂ ਆਉਂਦਾ ਸੀ, SSP ਵੀ ਗਰੀਬ ਤਬਕੇ 'ਚੋਂ ਸੀ। ਉਹ SSP ਦੇ ਨਾਲ ਉਹਦੇ ਤੂੰ ਮੈਂ ਕਰਕੇ ਗੱਲਾਂ ਕਰ ਲੈਂਦਾ ਸੀ। ਉਹ ਕਹਿੰਦਾ ਯਾਰ ਮੇਰੀ ਗੱਲ ਸੁਣ, ਆਪਣੇ ਤਾਂ ਜਿਹੜੇ ਘਰਾਂ 'ਚ ਜਿਹੜੇ ਆਉਂਦੀਆਂ ਕੁੜੀਆਂ ਵਿਆਹ ਕੇ ਜਾਂ ਆਪਾਂ ਆਪਣੀਆਂ ਕੁੜੀਆਂ ਵਿਆਹ ਦਾ ਨਾਂ ਘੂਡੀ ਮੁੰਡੀ ਹੁੰਦਾ ਹੈ, ਆਹ ਵਿੱਚੋਂ ਹੋਰ ਹੀ ਕੀ ਕੁਛ ਆ ਗਿਆ? ਉਹ ਕਹਿੰਦਾ ਯਾਰ ਤੂੰ ਇਹ ਕੀ ਵਹਿਮ ਪਾਲ ਲਿਆ? ਜੀ। ਉਹਦਾ ਵੀ ਕੀ? ਕਹਿੰਦਾ ਵਿਆਹ ਮੇਰੇ ਨਾਲ ਨਹੀਂ ਹੋਇਆ। ਉਹਨੇ ਆਪਣਾ ਨਿੱਕਾ ਨਾਂ ਲੈ ਕੇ ਕਿਹਾ, ਕਹਿੰਦਾ ਕੀ ਗੱਲ? ਉਹਨੇ ਮੋਢਿਆਂ ਨੂੰ ਹੱਥ ਮਾਰਿਆ, ਕਹਿੰਦਾ ਆਹ ਪਾਈਆ ਮੈਟਲ ਲੱਗੀ ਹੈ ਦੋਨੀ ਪਾਸੇ, ਇਹ ਪਾਈਆ ਮੈਟਲ ਦੇ ਨਾਲ ਹੋਇਆ, ਮੇਰੇ ਘਰ ਵਾਲੀ ਬਾਹਮਣਾ ਦੀ ਕੁੜੀ ਹੈ ਜੀ। ਮੈਂ ਥੱਲੇ ਆਇਆ। ਇਸ ਕਰਕੇ ਜਿਹੜੇ ਬੰਦੇ ਆਪਾਂ ਕਹਿ ਦਿੰਦੇ ਹਾਂ ਨਾ, ਉਹ ਬੰਦੇ ਖਾਸ ਬਣ ਜਾਂਦੇ। ਹੁਣ ਉਹਦੇ 'ਚ ਕਿਉਂਕਿ ਉਹ ਬੰਦਿਆਂ ਦੀਆਂ ਨਮਾਇਸ਼ਾਂ ਕੀਤੀਆਂ ਜਾਂਦੀਆਂ। ਇਹ ਭਾਰਤ ਦੀ ਬਦਕਿਸਮਤੀ ਹੈ ਕਿ ਜੇ ਕਿਰਤੀ ਜਮਾਤ 'ਚੋਂ ਲੋਕ ਆਉਂਦੇ ਹੈ, ਉਹਨਾਂ ਲੋਕਾਂ ਨੂੰ ਫਿਰ ਅਸੀਂ ਨਾ ਥਾਲ 'ਚ ਪਰੋਸ ਕੇ ਕਹਿ ਦਿੰਦੇ ਨੇ ਵੀ ਆਹ ਦੇਖੋ ਜੀ, ਅਸੀਂ ਇਹਨੂੰ ਟਿਕਟ ਦੇਤੀ, ਅਸੀਂ ਇਹਨੂੰ ਮੁੱਖ ਮੰਤਰੀ ਬਣਾਤਾ। ਸਵਾਲ ਤਾਂ ਹੈ ਕਿ ਉਸ ਭਾਈਚਾਰੇ ਨੂੰ ਤੁਸੀਂ ਅਪਲਿਫਟ ਕਿਵੇਂ ਕਰੋਗੇ? ਜੀ, ਵੱਡਾ ਸਵਾਲ ਹੈ ਇਹ, ਸਵਾਲਾਂ ਦਾ ਸਵਾਲ ਹੈ ਸਾਡੇ ਤੇ। ਤੁਸੀਂ ਹੁਣ ਜਹਾਜ਼ ਦੀ ਗੱਲ ਕਰਤੀ, ਆਪਾਂ ਗੱਲ ਵਾਲੀ ਗੱਡ ਪਾ ਕੇ ਲੈ ਗਏ ਜੀ ਵੀ ਉਹ ਆ ਜਾਂਦਾ ਹੁੰਦਾ, ਫਿਰ ਉਹ ਬੰਦੇ ਜਦੋਂ ਆਮ ਤੇ ਫਿਰ ਖਾਸ ਬਣ ਜਾਂਦੇ ਹੈ। ਖਾਸ ਤੋਂ ਬਾਅਦ ਫਿਰ ਮਤਲਬ ਜਿਹੜਾ ਹੋਰ ਹੀ ਗੁੱਡੀਆਂ ਤੇ ਹੋਰ ਹੀ ਪਟੋਲੇ ਹੁੰਦੇ। ਬਿਲਕੁਲ ਜੀ। ਹਰੀਸ਼ ਰਾਵਤ ਨੇ ਵੀ ਜਿਹੜਾ ਹੈਗਾ ਉਹ ਰੰਗ 'ਚ ਭੰਗ ਪਾਇਆ ਲੱਗਦਾ ਜੀ, ਤੁਹਾਡਾ ਨਜ਼ਰੀਆ ਕੀ ਕਹਿੰਦਾ? ਦੇਖੋ ਮੇਰੀ ਜਿਹੜੀ ਸਮਝ ਹੈ ਇਸ ਵੇਲੇ, ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਚਾਹੇ ਸਟੇਟ ਦੀ ਹੈ ਜਿਹੜੀ ਲੀਡਰਸ਼ਿਪ ਹੈ, ਜਿਨ੍ਹਾਂ ਦੇ ਕੋਲੇ ਕਮਾਨ ਹੈ ਜੀ, ਮੈਨੂੰ ਇਹ ਲੱਗਦੀ ਹੈ ਵੀ ਉਹ ਭੰਬਲ ਭੂਸੇ ਦਾ ਸ਼ਿਕਾਰ ਹੈ। ਅਤੇ ਜੇ ਹੋਰ ਵੀ ਆਪਾਂ ਗੱਲ ਕਹੀਏ ਤਾਂ ਉਹ ਬੌਧਿਕ ਕੰਗਾਲੀ ਤੋਂ ਪੀੜਤ ਹੈ ਜੀ। ਉਹਨਾਂ ਨੇ ਬੌਧਿਕ ਕੰਗਾਲੀ ਦਾ ਜਲੂਸ ਕੱਢ ਲਿਆ। ਹਰੀਸ਼ ਰਾਵਤ ਦਾ ਮੈਂ ਬੜਾ ਕਦਰਦਾਨ ਸੀ ਜਦੋਂ ਇਹ ਉੱਤਰਾਖੰਡ ਦੇ ਮੁੱਖ ਮੰਤਰੀ ਹੁੰਦੇ ਸੀ। ਜਦੋਂ ਹਰੀਸ਼ ਰਾਵਤ ਹੋਰਾਂ ਨੂੰ ਜ਼ਬਰਦਸਤੀ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹਿਆ, ਰਾਜ ਭਵਨ ਦੀ ਦੁਰਵਰਤੋਂ ਕਰਕੇ ਸੁਪਰੀਮ ਕੋਰਟ 'ਚ ਗਏ, ਇਹਨਾਂ ਨੂੰ ਰਾਹਤ ਮਿਲੀ। ਉਦੋਂ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਬੜੇ ਸੋਹਲੇ ਗਾਉਂਦੇ ਰਹੇ, ਉਹਨਾਂ ਦੇ ਹੱਕ ਵਿੱਚ ਬੋਲਦੇ ਰਹੇ ਜੀ। ਲੇਕਿਨ ਕਹਿੰਦੇ ਹੁੰਦੇ ਵੀ ਬੰਦੇ ਦੀ ਜਿਹੜੀ ਹੈ ਤੁਹਾਨੂੰ ਪਤਾ ਲੱਗਦਾ ਉਹਦੀ ਅਹਿਮੀਅਤ ਦਾ ਜਦੋਂ ਰਾਹ ਪਈਏ ਜਾਂ ਬਾਹ ਪਈਏ। ਜੀ। ਹੁਣ ਇਹ ਰਾਹ ਵੀ ਪੈ ਗਏ, ਰਾਵਤ ਸਾਹਿਬ ਪੰਜਾਬ ਆ ਗਏ, ਅਤੇ ਬਾਹ ਪੱਤਰਕਾਰ ਹੋਣ ਦੇ ਨਾਤੇ ਆਪਣਾ ਉਹਨਾਂ ਦਾ ਰੋਜ਼ ਹੀ ਪੈਂਦਾ। ਹੁਣ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਜੀ, ਰਾਵਤ ਸਿੰਘ ਬਣ ਗਏ ਪੰਜਾਬ ਦੇ ਇੰਚਾਰਜ। ਰਾਵਤ ਸਾਹਿਬ ਨੇ ਆ ਕੇ ਨਵਜੋਤ ਸਿੰਘ ਸਿੱਧੂ ਜਿਹੜਾ ਰੁੱਸਿਆ ਬੈਠਾ ਸੀ ਉਹਨੂੰ ਖੜਾ ਕੀਤਾ, ਚੰਗੀ ਗੱਲ ਜੀ, ਖੜਾ ਕੀਤਾ। ਖੜਾ ਕਰਕੇ ਉਹਨੂੰ ਲੈ ਕੇ ਲਓ ਜੀ ਤੁਸੀਂ ਐਕਟਿਵ ਹੋ। ਰਾਹੁਲ ਗਾਂਧੀ ਆ ਗਏ ਮੁੱਦਕੀ ਦੇ ਵਿੱਚ, ਉਹਨਾਂ ਨੇ ਟਰੈਕਟਰ ਮਾਰਚ ਕੱਢਿਆ, ਨਾਲ ਲੈ ਕੇ ਗਏ। ਉੱਥੇ ਆ ਕੇ ਆਪੇ ਤੋਂ ਬਾਹਰ ਹੋ ਗਏ। ਆਹੀ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਕੱਲ੍ਹ ਤੱਕ ਮੁਸ਼ਤਾਬਾਲ ਸੀ ਜਦੋਂ ਮੁੱਖ ਮੰਤਰੀ ਬਣਨ ਤੱਕ, ਅਤੇ ਕੱਲ੍ਹ ਜਦੋਂ ਟੇਕ ਓਵਰ ਕੀਤਾ ਹੈ, ਚਾਰਜ ਲਿਆ ਹੈ, ਚੰਨੀ ਸਾਹਿਬ ਚਾਰਜ ਲੈ ਰਹੇ ਹੈ ਅਤੇ ਸਿੱਧੂ ਸਾਹਿਬ ਨਾਲ ਖੜੇ ਹੈ ਜੀ। ਪਰ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਚਾਰਜ ਲੈਂਦਾ ਅਤੇ ਮਨਪ੍ਰੀਤ ਬਾਦਲ ਤਾਂ ਖੜਾ ਨਾਲ, ਸਿੱਧੂ ਸਾਹਿਬ ਨਹੀਂ ਦਿਖਦੇ ਕਿਤੇ। ਬਿਲਕੁਲ। ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਦਾਲ 'ਚ ਕਾਲਾ ਹੈ ਜੀ। ਇਹ ਉਦੋਂ ਮੰਚ ਸੰਚਾਲਕ ਸੀ ਮੁੱਦਕੀ। ਅਤੇ ਜਦੋਂ ਰਾਵਤ ਸਾਹਿਬ ਨੇ ਇੱਕ ਚਿੱਠ ਲਿਖ ਕੇ ਫੜਾਈ ਕਿ ਸਿੱਧੂ ਸਾਹਿਬ ਨੂੰ ਫੜਾ ਦੇ, ਭਾਸ਼ਣ ਥੋੜ੍ਹਾ ਲੰਬਾ ਹੋ ਗਿਆ, ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਾ ਕੇ ਚਿੱਠ ਲਿਖੀ, ਅਤੇ ਉਹਨੇ ਐਂ ਜਿਵੇਂ ਬੰਦਾ ਕੱਪੜੇ ਪੜ੍ਹਦਾ ਹੁੰਦਾ ਹੈ, ਉਹ ਮੈਨੂੰ ਨਾ ਰੋਕੋ, ਅੱਜ ਮੈਨੂੰ ਗੱਲ ਕਰ ਲੈਣ ਦਿਓ ਆਪਦੀ, ਤੁਸੀਂ ਮੈਨੂੰ ਬਥੇਰਾ ਰੋਕਿਆ, ਫਲਾਨਾ ਰੋਕਿਆ। ਅਤੇ ਉਹਨੇ ਬੜੀ ਨਿਮਰਤਾ ਨਾਲ ਕਿਹਾ ਮੈਂ ਨਹੀਂ ਰੋਕਿਆ, ਇਹ ਚਿੱਠ ਤਾਂ
ਰਾਵਤ ਸਾਹਿਬ ਨੇ ਭੇਜੀ ਹੈ ਜੀ। ਫਿਰ ਉਦੋਂ ਬਾਅਦ ਰਾਵਤ ਸਾਹਿਬ ਨੇ ਫਿਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਰਾਵਤ ਸਾਹਿਬ ਨੇ ਕਹਿਤਾ ਕੈਪਟਨ ਅਮਰਿੰਦਰ ਸਿੰਘ ਫਾਦਰ ਫਿਗਰ ਹੈ ਔਰ ਕਾਂਗਰਸ ਦਾ ਭਵਿੱਖ ਕੌਣ ਹੈ? ਨਵਜੋਤ ਸਿੰਘ ਸਿੱਧੂ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਥੋੜੀਆਂ ਜਿਹੀਆਂ ਅੱਖਾਂ ਕੱਢੀਆਂ ਵੀ ਆਹ ਕੀ ਹੋ ਗਿਆ, ਤੇ ਫਿਰ 5-4 ਵਜ਼ੀਰਾਂ ਨੇ ਜਦੋਂ ਬਗਾਵਤ ਕੀਤੀ, 4 ਵਜ਼ੀਰ ਬਗਾਵਤਾਂ ਹੋ ਗਏ, 25-26 MLA ਇਕੱਠੇ ਹੋ ਗਏ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ। ਤੇ ਇਹਨਾਂ ਨੇ ਕਹਿਤਾ ਜੀ ਅਸੀਂ ਤਾਂ ਜਾਣਾ ਰਾਵਤ ਸਾਹਿਬ ਨੂੰ ਮਿਲਣ ਵਾਸਤੇ। ਤੇ ਰਾਵਤ ਸਾਹਿਬ ਨੂੰ ਮਿਲਣ ਵਾਸਤੇ ਟਾਈਮ ਲੈ ਲਿਆ, ਕਹਿੰਦੇ ਆ ਜਾਓ ਕੱਲ੍ਹ ਨੂੰ ਆ ਜਾਓ ਦੇਹਰਾਦੂਨ। ਉਹ ਦੇਹਰਾਦੂਨ ਜਾਂਦੇ ਆ, ਹੋਟਲ 'ਚ ਬਹਿ ਕੇ ਜਾ ਕੇ ਸਾਡੇ ਨਾਲ ਮੀਟਿੰਗ ਕਰਨੀ ਹੈ। ਰਾਵਤ ਸਾਹਿਬ ਘਰੋਂ ਨਿਕਲਦੇ ਆ ਤੇ ਰਾਹ ਦੇ ਵਿੱਚ ਹੀ TV ਚੈਨਲ ਵਾਲਿਆਂ ਨੂੰ ਕਹਿੰਦੇ ਅਗਲੀਆਂ ਚੋਣਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜਾਂਗੇ ਜੀ। ਉੱਥੇ ਕਹਿਤਾ ਇੱਥੇ ਪ੍ਰਗਟ ਸਿੰਘ ਦਾ ਇਹ ਹੁੰਦਾ ਕੌਣ ਹੈ? ਇਹ ਹੁੰਦਾ ਕੌਣ ਹੈ? ਫੈਸਲਾ ਤਾਂ ਕਹਿੰਦਾ ਹੋਇਆ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੜਾਂਗੇ। ਇੱਥੇ ਆ ਕੇ ਕਹਿੰਦਾ ਹਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਅਗਵਾਈ 'ਚ ਲੜਾਂਗੇ ਜੀ। 2-3 ਬਿਆਨ ਲੱਗਿਆ, ਬਦਲ ਗਿਆ। ਹੁਣ ਇਹ ਕਿ ਮੁੱਖ ਮੰਤਰੀ ਬਣ ਗਿਆ ਚਰਨਜੀਤ ਸਿੰਘ ਚੰਨੀ। ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟ ਗਿਆ, ਪੇਸ਼ ਕਰਤਾ ਵੀ ਆਹ ਦੇਖੋ ਜੀ ਸਾਰੀ ਇਹ ਇਕੱਲੇ ਪੰਜਾਬ ਦੀ ਖਾਤਰ ਨਹੀਂ, ਇੱਕ ਵਿਸ਼ੇਸ਼ ਭਾਈਚਾਰੇ 'ਚੋਂ ਬਣਾਇਆ। ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਵੀ ਉਹਨੂੰ ਵੇਚਣਾ ਹੈ, ਭਾਈਚਾਰਾ ਵੇਚਣਾ, ਦਿਖਾਉਣਾ ਵੀ ਆਹ ਲਓ ਜੀ ਸਾਡੇ ਕੋਲ ਆਹ ਭਾਈਚਾਰਾ ਹੈਗਾ, ਅਸੀਂ ਇਹਨਾਂ ਨੂੰ ਬਣਾਤਾ ਜੀ। ਬਹੁਤ ਸਾਰੇ TV ਚੈਨਲਾਂ ਦੀ ਮੈਨੂੰ ਸਮਝ ਨਹੀਂ ਆਉਂਦੀ, ਨਵੇਂ ਜਵਾਕ ਆ ਗਏ ਉਹਨਾਂ ਨੂੰ ਇਹ ਹੀ ਨਹੀਂ ਪਤਾ। ਉੱਤਰੀ ਭਾਰਤ ਦੇ ਵਿੱਚ ਪਹਿਲੇ ਵਾਰੀ ਜੀ ਇੱਕ ਵਿਸ਼ੇਸ਼ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਬਣਿਆ ਹੋਇਆ। ਮੈਂ ਉਹਨਾਂ ਦੀ ਜਾਣਕਾਰੀ ਦੱਸ ਦਿਆਂ। ਜਗਨਨਾਥ ਪਹਾੜੀਆ ਬਹੁਤ ਪਹਿਲਾਂ ਬਣ ਗਿਆ ਸੀ ਰਾਜਸਥਾਨ 'ਚ ਜੀ, ਉਹ ਵੀ ਗਰੀਬ ਭਾਈਚਾਰੇ 'ਚੋਂ ਆਉਂਦਾ ਸੀ ਜੀ। ਜੇ ਅਸੀਂ ਦੇਖੀਏ ਮਹਾਰਾਸ਼ਟਰ ਦੇ ਵਿੱਚ ਬਣ ਗਿਆ ਸੀ ਸੁਸ਼ੀਲ ਕੁਮਾਰ ਸ਼ਿੰਦੇ ਜੀ। ਸ਼ਿੰਦੇ ਬਣ ਗਿਆ ਸੀ। ਸ਼ਿੰਦੇ ਬਣ ਜ਼ਰੂਰ ਗਿਆ ਸੀ, ਕਹਿੰਦੇ ਸੀ ਇਹ ਗਰੀਬ ਭਾਈਚਾਰੇ ਦੇ ਵਿੱਚੋਂ, ਪਰ ਚਲਾਉਂਦਾ ਕੌਣ ਸੀ? ਚਲਾਉਂਦੇ ਸੀ ਉਹਨੂੰ ਮਰਾਠੇ ਜੀ। ਬਾਅਦ ਦੇ ਵਿੱਚ ਚੋਣਾਂ ਹੋਈਆਂ, ਚੋਣਾਂ ਉਹਦੀ ਅਗਵਾਈ ਦੇ ਵਿੱਚ ਦੁਬਾਰਾ ਫਿਰ ਕਾਂਗਰਸ ਪਾਰਟੀ ਜਿੱਤ ਗਈ। ਉਹਨੂੰ ਚੱਕ ਕੇ ਪਾਸੇ ਢਾਤਾ ਵੀ ਇਹਦਾ ਤਾਂ ਕੰਮ ਮੁੱਕ ਗਿਆ ਤੇ ਆਪਣਾ ਮਰਾਠਾ ਬਣਾਤਾ ਇੱਕ ਮੁੱਖ ਮੰਤਰੀ। ਦੇਸ਼ਮੁਖ ਬਿਲਾਸ ਰਾਏ ਦੇਸ਼ਮੁਖ ਉਹ ਬਣਾਤਾ ਸੀ, ਉਹ ਬਣਾਤਾ। ਹੁਣ ਇੱਥੇ ਤਾਂ ਵਿਚਾਰੇ ਨੂੰ ਅਜੇ ਤੱਕ ਜੇ ਚੋਣਾਂ ਹੋਣੀਆਂ ਤੇ ਰਾਵਤ ਸਾਹਿਬ ਨੇ ਐਲਾਨ ਕਰਤਾ ਇਹ ਜੀ ਮੁੱਖ ਮੰਤਰੀ ਜ਼ਰੂਰ ਹੈ। ਸਾਰੀ ਕਾਂਗਰਸ ਕਹੀ ਜਾਂਦੀ ਹੈ ਜੀ ਸਾਡਾ ਇਹ ਮੁੱਖ ਮੰਤਰੀ ਜ਼ਰੂਰ ਹੈ, ਪਰ 2022 ਦੀਆਂ ਚੋਣਾਂ ਤਾਂ ਅਸੀਂ ਨਵਜੋਤ ਸਿੱਧੂ ਦੀ ਅਗਵਾਈ 'ਚ ਲੜਾਂਗੇ ਜੀ। ਇਹ ਸੁਨੀਲ ਜਾਖੜੇ ਦੇ ਪੈ ਗਿਆ। ਉਹ ਕਹਿੰਦਾ ਤੁਸੀਂ ਯਾਰ ਬੰਦੇ ਦੀ ਇੰਨੀ ਉਹਦੀ ਵਿਕ ਕਿਉਂ ਰਹੀ ਜਾਂਦੇ ਹੋ ਜੀ? ਉਸ ਬੰਦੇ ਨੂੰ ਤੁਸੀਂ ਇੰਨਾ ਜਿਹੜਾ ਹੈਗਾ ਨਗੂਣਾ ਕਿਉਂ ਕਰੀ ਜਾਂਦੇ ਹੋ? ਜਿਹੜੇ ਬੰਦੇ ਨੂੰ ਆਪਾਂ 2022 ਜਿੱਤਣ ਵਾਸਤੇ ਇੱਕ ਚਿਹਰਾ ਬਣਾਇਆ ਹੋਇਆ ਜੀ, ਇਸ ਬੰਦੇ ਨੂੰ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਇਹਨੂੰ ਤਾਂ ਸਿਰਫ ਇੱਕ ਵੋਟਾਂ ਲੈਣ ਵਾਸਤੇ ਇਸਤੇਮਾਲ ਕਰ ਰਹੇ ਹਾਂ ਤੇ ਨਵਜੋਤ ਸਿੱਧੂ ਦੀ ਅਗਵਾਈ ਹੇਠ ਲੜਾਂਗੇ ਜੀ। ਉਹਨੇ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕੀਤਾ ਤੇ ਡਾਢਾ ਕੀਤਾ। ਉਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹਵਾਲਾ ਵੀ ਦਿੱਤਾ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਹੀ ਗੱਲ ਕਹੀ ਸੀ ਜੀ ਕਿ ਇਨਸਾਨ ਚੰਗਾ ਹੋਣਾ ਚਾਹੀਦਾ, ਹਿੰਦੂ ਜਾਂ ਸਿੱਖ ਦਾ ਸਵਾਲ ਨਹੀਂ ਮੁੱਖ ਮੰਤਰੀ ਵਾਸਤੇ ਜੀ। ਬੰਦਾ ਵਧੀਆ ਹੋਣਾ ਚਾਹੀਦਾ, ਸਾਫ਼ ਸੁਥਰਾ ਹੋਣਾ ਚਾਹੀਦਾ। ਫਿਰ ਹੋਇਆ ਕੀ ਜੀ ਵੀ ਰਾਵਤ ਸਾਹਿਬ ਦੀ ਲੱਸੀ ਹੋ ਗਈ ਜੀ। ਜਿਹੜਾ ਇਹਨਾਂ ਦਾ ਮਿਸਟਰ ਸੁਰਜੇਵਾਲਾ ਚੀਫ ਸਪੋਕਸ ਪਰਸਨ ਕਾਂਗਰਸ ਪਾਰਟੀ ਦਾ, ਉਹਨੇ ਕਿਹਾ ਜੀ ਸਾਡਾ ਅਗਲਾ ਜਿਹੜਾ ਚਿਹਰਾ ਬਤੌਰ ਮੁੱਖ ਮੰਤਰੀ ਉਹ ਹੋਣਗੇ ਚੰਨੀ ਸਾਹਿਬ ਜੀ, ਚਰਨਜੀਤ ਸਿੰਘ ਚੰਨੀ ਹੋਣਗੇ। ਵੀਏਂਗੇ ਪ੍ਰੈਜ਼ੀਡੈਂਟ ਜੀ, ਉਹ ਨਾਲ ਇਹ ਵੀ ਹੋਣਗੇ, ਆਪਣੇ ਸਿੱਧੂ ਸਾਹਿਬ ਵੀ ਹੋਣਗੇ ਜੀ। ਇਹ ਕਹਿ ਕੇ ਫਿਰ ਉਹਨੇ ਖਹਿੜਾ ਛੜਾਇਆ। ਕਿਉਂ ਖਹਿੜਾ ਛੜਾਇਆ? ਕਿਉਂਕਿ ਸਾਰੇ ਦੇਸ਼ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਤੋਏ ਹੋਣ ਲੱਗੀ। ਇਸੇ ਕਰਕੇ ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਬੌਧਿਕ ਕੰਗਾਲੀ ਦੀ ਸ਼ਿਕਾਰ ਹੈ। ਕਿਉਂ ਸ਼ਿਕਾਰ ਹੈ? ਕਿਉਂਕਿ ਰਾਵਤ ਜੋ ਕੁਝ ਬੋਲਦਾ ਉਹ ਰਾਵਤ ਨਹੀਂ ਬੋਲਦਾ। ਰਾਵਤ ਤਾਂ ਉਹ ਜਿਹੜੀ ਹੈ ਨਾ ਚਾਬੀ ਵਾਲਾ ਖਿਡੌਣਾ ਹੈ ਜੀ। ਉਹ ਜਿਵੇਂ ਚਾਬੀ ਭੈਣ ਭਰਾ ਉੱਥੋਂ ਭਰ ਦਿੰਦੇ ਆ, ਜਿਹਦੇ ਹੱਕ 'ਚ ਭਰ ਦਿੰਦੇ ਉਹ ਕਹਿ ਦਿੰਦਾ। ਫਿਰ ਜਦੋਂ ਦੇਖਦੇ ਆ ਵੀ ਦਾਲ ਤਾਂ ਡੁੱਲ ਗਈ ਤੇ ਹੁਣ ਕੀ ਕਰਾਂਗੇ, ਕਈ ਵਾਰੀ ਕਹਿੰਦੇ ਚਲੋ ਕੋਈ ਗੱਲ ਨਹੀਂ ਯਾਰ ਤਾਂ ਭੁੰਜੇ ਬੈਠ ਕੇ ਹੀ ਖਾ ਲਾਂਗੇ। ਕਈ ਵਾਰੀ ਫਿਰ ਜਦੋਂ ਜ਼ਿਆਦਾ ਕਰਦੇ ਨੇ ਨਹੀਂ ਕਹਿੰਦੇ ਠੰਡਾ ਪਾਣੀ ਫੜਾ ਦਿਓ, ਠੀਕ ਹੈ, ਉਦੋਂ ਸੁਰਜੇ ਵਾਲੇ ਹੋਰਾਂ ਨੂੰ ਮੂਹਰੇ ਕਰ ਦਿੰਦੇ। ਬਿਲਕੁਲ। ਚੰਨੀ ਸਾਹਿਬ ਦੀ ਨਵੀਂ ਸਰਕਾਰ ਜਿਹੜੀ ਹੈ, ਚੰਨੀ ਸਾਹਿਬ ਕਹਿ ਰਿਹਾ ਅਫਸਰਸ਼ਾਹੀ ਨੂੰ ਸਰਕਾਰ ਤੇ ਭਾਰੂ ਨਹੀਂ ਹੋਣ ਦਿਆਂਗਾ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਬਿਊਰੋਕ੍ਰੇਸੀ ਦਾ ਕੰਮ ਹੁੰਦਾ ਹੈ, ਉਹ ਪਬਲਿਕ ਸਰਵੈਂਟ ਹੈ ਜੀ। ਪਰ ਜਦੋਂ ਤੁਸੀਂ ਪਬਲਿਕ ਸਰਵੈਂਟ ਨੂੰ ਮਾਲਕ ਬਣਾ ਦਿਓਗੇ ਤੇ ਚੁਣੇ ਹੋਏ ਜਿਹੜੇ ਹੈਗੇ ਆ ਲੋਕ ਉਹਨਾਂ ਨੂੰ ਥੱਲੇ ਲਾ ਦਿਓਗੇ ਤਾਂ ਉਹਦਾ ਤੁਹਾਨੂੰ ਖਮਿਆਜਾ ਭੁਗਤਣਾ ਪੈਣਾ। ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਮਾਰ ਪਈ ਹੈ ਨਾ, ਉਸ ਮਾਰ ਦਾ ਸਭ ਤੋਂ ਵੱਡਾ ਕਾਰਨ ਇਹੋ ਹੀ ਹੈ ਕਿ ਰਿਟਾਇਰਡ ਬਿਊਰੋਕਰੇਟਸ ਔਰ ਜਿਹੜੇ ਸਰਵਿੰਗ ਬਿਊਰੋਕਰੇਟਸ ਹੈ ਉਹ ਚੁਣੇ ਹੋਏ ਨੁਮਾਇੰਦਿਆਂ ਦੇ ਉੱਪਰ ਬਿਠਾ ਤੇ ਲੈ ਗਏ ਜੀ। ਤੇ ਬਿਠਾ ਕੇ ਇੱਥੋਂ ਤੱਕ ਦਿੱਤੇ, ਬਿਠਾ ਇੱਥੋਂ ਤੱਕ ਦੇ ਕੇ ਉਹ ਵਜ਼ੀਰਾਂ ਨੂੰ ਵੀ ਧੱਕੇ ਮਾਰਨ ਲੱਗੇ ਜੀ, ਉਹ MLA ਨੂੰ ਵੀ ਕੁਛ ਕਰਨ ਲੱਗੇ। ਜੇ ਅਸੀਂ ਇੱਕ ਚੁਣੇ ਹੋਏ MLA ਦੀ ਹਸਤੀ ਦੇਖੀਏ, ਉਹਦੀ ਹਸਤੀ ਕਿੱਡੀ ਵੱਡੀ ਹੈ, ਉਹਦਾ ਸਟੇਟਸ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਬਿਊਰੋਕਰੇਟ ਹੈ ਜੀ, ਸਭ ਤੋਂ ਵੱਡਾ ਅਫਸਰ ਸ਼ਾਹ ਨੂੰ ਚੀਫ ਸੈਕਟਰੀ ਕਹਿ ਦਿੰਦੀ ਹੈ ਜੀ।
ਚੀਫ ਸੈਕਟਰੀ ਤੋਂ ਵੀ ਦਰਜੇ ਦੇ ਮੁਤਾਬਕ ਉਹਦਾ ਰੁਤਬਾ ਉੱਪਰ ਹੈ। ਜੀ ਚੀਫ ਸੈਕਟਰੀ ਦਾ ਰੁਤਬਾ ਥੱਲੇ ਹੈ। ਜੇ ਐਮਐਲਏ ਨੇ ਚੀਫ ਸੈਕਟਰੀ ਦੇ ਦਫ਼ਤਰ ਦੇ ਵਿੱਚ ਜਾਣਾ ਤਾਂ ਚੀਫ ਸੈਕਟਰੀ ਐ ਨਹੀਂ ਬੈਠੂਗਾ ਜਿਵੇਂ ਸਾਹਮਣੀ ਕੁਰਸੀ ਤੇ ਬੈਠਾ ਤੇ ਮੂਹਰੇ ਇੱਕ ਫਰਿਆਦੀ ਦੇ ਤੌਰ ਤੇ ਐਮਐਲਏ ਬੈਠਾ ਹੋਊ। ਜੀ ਚੀਫ ਸੈਕਟਰੀ ਕਹੂਗਾ ਸਰ ਬੈਠੋ ਉਧਰ, ਸੋਫਾ ਜਿਹੜਾ ਸਾਈਡ ਤੇ ਰੱਖਿਆ ਹੁੰਦਾ ਹੈ, ਉਹ ਸੋਫੇ ਸਾਈਡ ਦੇ ਉੱਤੇ ਰੱਖੀ ਤਾਂ ਹੁੰਦੀ ਹੈ ਜੀ ਕਿ ਜਿਹੜੇ ਉੱਚੇ ਰੁਤਬੇ ਵਾਲੇ ਬੰਦੇ ਆ ਜਾਣ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਅਸੀਂ ਵੱਡੇ ਬੰਦੇ ਨਾਲ ਗੱਲ ਕਰਦੇ। ਜੀ ਉਹਨਾਂ ਦਾ ਮਤਲਬ ਹੁੰਦਾ ਕਿ ਤੁਸੀਂ ਪਾਸੇ ਬਹਿ ਜਾਓ ਜੀ ਤੇ ਫਿਰ ਉਹ ਆਪ ਆ ਕੇ ਪਾਸੇ ਬੈਠ ਕੇ ਉਹਨਾਂ ਦੇ ਨਾਲ ਗੱਲ ਕਰਦੇ। ਜਿਹਦਾ ਬੰਦੇ ਦਾ ਰੁਤਬਾ ਚੀਫ ਸੈਕਟਰੀ ਤੋਂ ਵੱਡਾ ਹੈ ਤੇ ਉਹਨੂੰ ਥਾਣੇਦਾਰ ਥਾਣੇ 'ਚ ਨਾ ਵੜਨ ਦੇਵੇ, ਜੀ ਉਹਦੀ ਬੇਇੱਜ਼ਤੀ ਕਰੇ। ਜਿਸ ਉਹ ਸੁਰਜੀਤ ਸਿੰਘ ਧਮਾਨ ਪਿੱਟੀ ਜਾਂਦਾ ਹੈ ਕਿ ਮੇਰੀ ਤਾਂ ਜੀ ਕੋਈ ਸੁਣਦਾ ਨਹੀਂ। ਜੀ ਜੇ ਆਪਾਂ ਦੇਖੀਏ ਤੁਹਾਡੇ ਪਟਿਆਲੇ ਦੇ ਕਈ ਐਮਐਲਏ ਪਿੱਟੀ ਜਾਂਦੇ ਸੀ, ਸਾਡੀ ਕੋਈ ਸੁਣਦੇ ਨਹੀਂ, ਅਫਸਰਸ਼ਾਹੀ ਸਿਰੇ ਤੇ ਬਿਠਾਈ ਸੀ। ਜੀ ਚਰਨਜੀਤ ਸਿੰਘ ਚੰਨੀ ਜੇ ਇਹ ਰਵਾਇਤ ਜਿਹੜੀ ਹੈਗੀ ਹੈ ਬੜੀ ਪੁਰਾਣੀ ਹੈ, ਕਿਉਂਕਿ ਜਿਹੜੀ ਇਹ ਰਵਾਇਤ ਉਦੋਂ ਦੀ ਹੋਈ ਵੀ ਹੈ ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ। ਜੀ ਉਦੋਂ ਤੋਂ ਲੈ ਕੇ ਅਫਸਰਸ਼ਾਹੀ ਨੂੰ ਬਹੁਤ ਸਾਰੀਆਂ ਪਾਵਰਾਂ ਆਈਆਂ, ਖਾਸ ਕਰਕੇ ਪੁਲਿਸ ਦੇ ਵਿੱਚ। ਜੀ ਉਹ ਠੀਕ ਤਰੀਕੇ ਨਾਲ ਨਹੀਂ, ਜੇ ਉਹਨਾਂ ਨੂੰ ਥੋੜ੍ਹਾ ਜਿਹਾ ਲਾਂਭੇ ਕਰ ਦੇਣਗੇ ਤਾਂ ਮੇਰਾ ਖਿਆਲ ਹੈ ਕਾਂਗਰਸ ਪਾਰਟੀ ਵਾਸਤੇ ਤੇ ਪੰਜਾਬ ਦੇ ਲੋਕਾਂ ਵਾਸਤੇ ਚੰਗਾ ਹੋਊਗਾ। ਜੀ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਨੇ ਵੀ ਮੁੱਖ ਮੰਤਰੀ ਚੰਨੀ ਦਾ ਮੰਗਿਆ ਅਸਤੀਫਾ ਜੀ। ਦੇਖੋ, ਚਰਨਜੀਤ ਸਿੰਘ ਚੰਨੀ ਦੇ ਖਿਲਾਫ ਇਹ ਇਲਜ਼ਾਮ ਹੈ ਕਿ 2018 ਦੇ ਵਿੱਚ ਉਹਨਾਂ ਨੇ ਕੋਈ ਮੈਸੇਜ ਕਿਸੇ IAS ਅਫੀਸਰ ਬੀਬੀ ਨੂੰ ਭੇਜਤਾ ਸੀ। ਜੀ ਉਹਦਾ ਰੌਲਾ ਪੈ ਗਿਆ ਸੀ। ਚੰਨੀ ਸਾਹਿਬ ਕਹਿੰਦੇ ਵੀ ਗਲਤੀ ਨਾਲ ਮੈਥੋਂ ਉਧਰ ਨੂੰ ਜਿਹੜਾ ਹੈਗਾ ਫਾਰਵਰਡ ਹੋ ਗਿਆ, ਜਾਂ ਮੈਂ ਕੋਈ ਮੇਰਾ ਮਕਸਦ ਕੋਈ ਨਹੀਂ ਸੀ। IAS ਅਫੀਸਰ ਉਸ ਵੇਲੇ ਦੇ ਮੁੱਖ ਮੰਤਰੀ ਕੋਲ ਚਲੇ ਗਏ, ਕੈਪਟਨ ਅਮਰਿੰਦਰ ਸਿੰਘ ਕੋਲੇ। ਜੀ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਸਾਹਿਬ ਨੂੰ ਬੁਲਾ ਕੇ ਕਹਿੰਦਾ, ਚੰਨੀ ਸਾਹਿਬ ਤੁਸੀਂ ਸੌਰੀ ਫੀਲ ਕਰੋ। ਜੀ ਇਹ ਮਾਮਲਾ ਮੁੱਕ ਗਿਆ ਸੀ। ਜੀ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਇਹਦੇ ਉਲਟ ਹੋ ਗਿਆ ਚੰਨੀ ਹੋਰੀ, ਉਸ ਵੇਲੇ ਸਾਡੀ ਕਿੱਥੇ ਦੀ ਬੀਬੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਪਰਸਨ ਪੰਜਾਬ ਦੀ ਹੁੰਦੀ ਮਨੀਸ਼ਾ ਗੁਲਾਟੀ। ਜੀ ਤੇ ਮਨੀਸ਼ਾ ਗੁਲਾਟੀ ਨੇ ਕਹਿਤਾ ਜੀ ਮੈਂ ਤਾਂ ਬਰਦਾਸ਼ਤ ਨਹੀਂ ਕਰੂੰਗੀ, ਮੈਨੂੰ ਤਾਂ IAS ਅਫਸਰ ਸੁਨੇਹੇ ਭੇਜੀ ਜਾਂਦੇ ਜੀ ਵੀ ਤੂੰ ਮਹਿਲਾ ਕਮਿਸ਼ਨ ਦੀ ਮੁਖੀ ਹੈ ਤੇ ਇੱਕ ਮਹਿਲਾ IAS ਅਫਸਰ ਦੇ ਨਾਲ ਆਹ ਗੱਲ ਹੋਈ ਤੇ ਤੂੰ ਕੀਤਾ ਕਿਉਂ ਨਹੀਂ। ਹਾਲਾਂਕਿ ਉਹ ਬੀਬੀ ਹੈ ਜਿਹੜੀ ਉਹ ਇੱਥੋਂ ਟਰਾਂਸਫਰ ਕਰਕੇ ਬਾਹਰ ਚਲੀ ਗਈ ਸੀ। ਜੀ ਕਹਿੰਦੀ ਮੈਂ ਪੰਜਾਬ 'ਚ ਨਹੀਂ ਰਹਿਣਾ, ਉਹ ਚਲੀ ਗਈ ਸੀ। ਇਹ ਸਾਡੇ ਵਾਸਤੇ ਇੱਕ ਸ਼ਰਮ ਦੀ ਗੱਲ ਹੈ ਜੀ ਕਿ ਇੱਕ IAS ਅਫੀਸਰ ਛੱਡ ਕੇ ਚਲੀ ਜਾਵੇ। ਇਸ ਕਰਕੇ ਚਲੋ ਉਹ ਜਦੋਂ ਕਹਿੰਦੀ ਮੈਂ ਨਹੀਂ, ਤੇ ਉਹਨੇ ਨਾਲ ਥ੍ਰੈਟ ਕਰਤਾ ਪੰਜਾਬ ਸਰਕਾਰ ਨੂੰ ਕਿ ਜੇ ਤੁਸੀਂ ਕੋਈ ਮੈਨੂੰ ਪ੍ਰੋਪਰ ਜਵਾਬ ਨਾ ਦਿੱਤਾ, ਕਾਰਵਾਈ ਨਾ ਕੀਤੀ ਤਾਂ ਮੈਂ ਬਹਿ ਜਾਊਂਗੀ ਭੁੱਖ ਹੜਤਾਲ ਤੇ। ਜੀ ਪਰ ਅੱਜ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ ਤੇ ਮੈਂ ਦੇਖੀ ਜਾਂਦਾ ਸੀਗਾ ਬੀਬੀ ਕਹਿੰਦੇ ਵਧਾਈਆਂ ਦੇਈ ਜਾਂਦੀ ਹੈ ਮਨੀਸ਼ਾ ਗੁਲਾਟੀ। ਜੀ ਦੂਜੇ ਪਾਸੇ ਬੀਬੀ ਜਿਹੜੀ ਹੈਗੀ ਹੈ ਰੇਖਾ ਸ਼ਰਮਾ ਜੀ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ। ਜੀ ਤੇ ਬੀਬੀ ਰੇਖਾ ਸ਼ਰਮਾ ਨੇ ਵੀ ਕਹਿਤਾ ਬਈ ਜੀ ਮਾਫੀ ਮੰਗੀ, ਜੀ ਚੰਨੀ ਅਸਤੀਫਾ ਦੇਵੇ। ਸੋਨੀਆ ਗਾਂਧੀ ਨੂੰ ਘੜੀਸ ਲਿਆ ਵਿੱਚ ਕਿ ਉਹ ਇੱਕ ਮਹਿਲਾ ਹੈ ਤੇ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਬਣਾਤਾ, ਉਹਨੇ ਮਹਿਲਾ ਨਾਲ ਭੱਦਾ ਵਿਵਹਾਰ ਕੀਤਾ ਹੈ। ਰੇਖਾ ਸ਼ਰਮਾ ਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਚੰਨੀ ਮੁੱਖ ਮੰਤਰੀ ਬਣ ਗਿਆ, ਹੁਣ ਤੈਨੂੰ ਦਿਸ ਗਿਆ, ਤੈਨੂੰ ਪਹਿਲਾਂ ਇਹ ਚੀਜ਼ ਕਿਉਂ ਨਹੀਂ ਦਿਸੀ। ਜੀ ਮੰਨ ਲਓ ਚੰਨੀ ਨੇ ਗੁਨਾਹ ਕੀਤਾ, ਚਲੋ ਕਰ ਲਓ ਤੁਸੀਂ, ਤੁਹਾਨੂੰ ਕਰਨਾ ਚਾਹੀਦਾ ਹੈ। ਜੇ ਚੰਨੀ ਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਕਰਨਾਟਕਾ ਦੀ ਵਿਧਾਨ ਸਭਾ ਦੇ ਵਿੱਚ ਚੱਲਦੇ ਸੈਸ਼ਨ ਦੇ ਦੌਰਾਨ ਜੀ ਜਿਹੜੀਆਂ ਅਸ਼ਲੀਲ ਫਿਲਮਾਂ ਹੁੰਦੀਆਂ, ਪਰੋਨੋ ਫਿਲਮਾਂ ਉਹ ਕਈ MLA ਦੇਖੀ ਜਾਂਦੇ ਸੀ। ਜੀ ਬੀਬੀ ਰੇਖਾ ਸ਼ਰਮਾ ਨੂੰ ਉਹ ਕਿਉਂ ਨਹੀਂ ਦਿਖਿਆ। ਜੀ ਕਈ MLA ਦੀਆਂ, ਕਈ ਵੱਡੇ ਲੋਕਾਂ ਦੀਆਂ ਕੁਛ ਇਸ ਕਿਸਮ ਦੀਆਂ ਵੀਡੀਓਜ਼ ਤੁਰੀਆਂ ਫਿਰਦੀਆਂ, ਉਹਨਾਂ ਦਾ ਨੋਟਿਸ ਕਿਉਂ ਨਹੀਂ ਲਿਆ ਜਾਣਾ। ਜੀ ਉਹ ਗੱਲ ਇਹ ਹੈ ਕਿ ਜਿਹੜਾ ਆਪਣਾ ਬੰਦਾ ਹੁੰਦਾ ਹੈ, ਆਪਣਾ ਬੰਦੇ ਨੂੰ ਤਾਂ ਫਿਰ ਇਸ ਕਰਕੇ ਇਗਨੋਰ ਕੀਤਾ ਜਾਂਦਾ ਵੀ ਆਪਣਾ ਹੈ, ਜੀ ਤੇ ਵਿਰੋਧੀ ਧਿਰ ਨੂੰ ਇਸ ਕਰਕੇ ਧਰ ਲਿਆ ਜਾਂਦਾ ਹੈ ਕਿ ਉਹ ਵਿਰੋਧੀ ਧਿਰ ਦੇ ਵਿੱਚ ਹੈ। ਮੇਰਾ ਖਿਆਲ ਹੈ ਜੇ ਚੰਨੀ ਨੂੰ ਮੁੱਖ ਮੰਤਰੀ ਨਾ ਬਣਾਇਆ ਹੁੰਦਾ, ਉਹ ਇੱਕ ਵਿਸ਼ੇਸ਼ ਭਾਈਚਾਰੇ ਦੇ ਵਿੱਚੋਂ ਨਾ ਆਇਆ ਹੁੰਦਾ, ਤਾਂ ਬੀਬੀ ਨੇ ਕਦੇ ਗੱਲ ਨਹੀਂ ਕਰਨੀ ਸੀ। ਜੀ ਕਿਉਂਕਿ ਉਹਨਾਂ ਜਿਸ ਪਾਰਟੀ ਦੇ ਨਾਲ ਬੀਬੀ ਰੇਖਾ ਸ਼ਰਮਾ ਸੰਬੰਧਿਤ ਹੈ, ਜਾਂ ਜਿਹੜੀ ਪਾਰਟੀ ਨੇ ਉਹਨੂੰ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਣਾਇਆ, ਜੀ ਉਸੇ ਪਾਰਟੀ ਨੇ ਕਿਹਾ ਸੀ ਕਿ ਚੰਨੀ ਸਾਹਿਬ ਵਰਗੇ ਗਰੀਬ ਭਾਈਚਾਰੇ ਦੇ ਵਿੱਚੋਂ ਅਸੀਂ ਆਪਣਾ ਮੁੱਖ ਮੰਤਰੀ ਬਣਾਵਾਂਗੇ। ਇੱਧਰ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਕਹਿੰਦਾ ਸੀ BSP ਵਾਲਿਆਂ ਨਾਲ ਸਾਡਾ ਸਮਝੌਤਾ ਹੋ ਗਿਆ, ਅਸੀਂ ਉਹਨਾਂ 'ਚੋਂ ਬਣਾਵਾਂਗੇ ਡਿਪਟੀ ਮੁੱਖ ਮੰਤਰੀ। ਕਾਂਗਰਸ ਪਾਰਟੀ ਨੇ ਹੁਣ ਕਿਉਂਕਿ ਮੁੱਖ ਮੰਤਰੀ ਬਣਾਤਾ, ਉਹ ਹੁਣ ਅੱਚਵੀ ਹੋ ਰਹੀ ਹੈ ਤੇ ਉਹਨੂੰ ਅੱਚਵੀ ਨੂੰ ਜਿਹੜਾ ਹੈਗਾ ਲਾਉਣ ਵਾਸਤੇ ਉਹਨੇ ਬੀਬੀ ਨੇ ਇਹ ਇੱਕ ਸ਼ੋਸ਼ਾ ਛੱਡਤਾ। ਮੇਰੇ ਖਿਆਲ ਮੁਤਾਬਕ ਸ਼ੋਸ਼ੇ ਤੋਂ ਵੱਧ ਕੱਖ ਨਹੀਂ। ਬੀਬੀ ਮਨੀਸ਼ਾ ਗੁਲਾਟੀ ਨੇ ਵੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਉਹ ਬਿਆਨ ਦਿੱਤਾ ਸੀ, ਔਰ ਇਹਨੇ ਵੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਇਹ ਬਿਆਨ ਦਿੱਤਾ ਹੈ। ਜੀ ਅਗਲੀ ਖਬਰ ਪ੍ਰਸ਼ਾਸਨਿਕ ਢਾਂਚੇ ਨਾਲ ਢਿੱਲੋਂ ਸਾਹਿਬ, ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ 'ਚ ਹੋ ਸਕਦੀ ਹੈ ਤਗੜੀ ਰੱਦੋ ਬਦਲ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਦੋਂ ਨਵਾਂ ਕੋਈ ਅਫਸਰ ਆਉਂਦਾ ਹੈ ਉਹ ਤੁਹਾਨੂੰ ਪਤਾ ਕਿ ਫਰਨੀਚਰ ਬਦਲ ਦਿੰਦਾ ਸਾਰਾ, ਚਾਹੇ ਵਧੀਆ ਹੁਣ ਮੇਜ਼ ਕੁਰਸੀਆਂ ਕਹਿੰਦਾ ਇਹਨੂੰ ਹਟਾਓ, ਪਰਦੇ ਲਾ ਦਿਓ। ਤੇ ਜਿੱਥੇ ਭਾਈ ਰਾਜ ਭਾਗ ਬਦਲ ਜੇ, ਪਹਿਲਾ ਮੁੱਖ ਮੰਤਰੀ ਦਾ ਵਿਚਾਰਾ ਆਇਆ ਹੀ ਨਹੀਂ, ਕਦੇ ਦਫ਼ਤਰ 'ਚ ਹੀ ਨਹੀਂ ਆਇਆ। ਮੇਰਾ ਖਿਆਲ ਹੈ 5 ਸਾਲਾਂ 4.5 ਸਾਲਾਂ ਦੇ ਵੀ 4.5 ਵਾਰੀ ਆਏ ਹੋਣੇ ਕੈਪਟਨ ਸਾਹਿਬ ਤਾਂ। ਜੀ ਹੁਣ ਇਹਨਾਂ ਨੇ ਆਉਣਾ ਉੱਥੇ ਪਰਦੇ ਤਾਂ ਮੇਰਾ ਖਿਆਲ ਹੈ ਕੱਲ੍ਹ ਹੀ ਬਦਲਤੇ ਸੀ ਸਾਰੇ। ਜੀ ਤੇ ਹੁਣ ਉਹ ਜਿਹੜੇ ਜਿਨ੍ਹਾਂ ਨੂੰ ਜਾ ਕੇ ਆਪਾਂ ਸਲਾਮ ਕਰਦੇ ਰਹੇ ਵੀ ਜੀ
ਮਹਾਰਾਜ ਜਾਂ ਡੀਜੀਪੀ ਸਾਹਿਬ ਜਿਹੜਾ ਦੇਖ ਲਿਓ ਜੀ, ਆ ਕੰਮ ਜਾ ਦੇਖ ਲਿਓ। ਹੁਣ ਉਹ ਸਾਹਮਣੇ ਉਹ ਗੱਲ ਤਾਂ ਰਹਿੰਦੀ, ਪਰ ਉਹ ਇਹ ਮੇਜ਼ ਕੁਰਸੀਆਂ ਹੁੰਦੀਆਂ ਅਫਸਰ ਜੀ, ਫਰਨੀਚਰ ਹੁੰਦਾ, ਉਹ ਫਰਨੀਚਰ ਬਦਲਣਾ ਹੈ ਜੀ। ਹੁਣ ਜੀ ਨਵਾਂ ਫਰਨੀਚਰ ਲੈ ਆਉਣਗੇ ਮੇਰੇ ਖਿਆਲ। ਫਰਨੀਚਰ ਦੇ ਵਿੱਚੋਂ ਸਭ ਤੋਂ ਪਹਿਲਾਂ ਫਰਨੀਚਰ ਤਾਂ ਡੰਡੇ ਵਾਲਾ ਹੀ ਹੁੰਦਾ ਨਾ ਜੀ, ਉਹ ਪੁਲਿਸ ਵਾਲਾ ਹੁੰਦਾ। ਡੀਜੀਪੀ ਤੇ ਕਹਿੰਦੇ ਆ, ਕਹਿੰਦੇ ਜੀ ਡੀਜੀਪੀ ਬਦਲਣੇ ਜੀ, ਪਰ ਲਾਉਣਾ ਕਿਹਨੂੰ ਹੈ? ਇਹਦੇ ਤੇ ਅਡਾਉਣੀ ਫਿਰ ਪੈ ਗਈ ਜੀ। ਉਹ ਅਡਾਉਣੀ ਇਹ ਪੈ ਗਈ ਕਿ ਚੰਨੀ ਸਾਹਿਬ ਕਿਸੇ ਨੂੰ ਹੋਰ ਲਾਉਣਾ ਚਾਹੁੰਦੇ ਆ। ਦੂਜੇ ਇਸ ਗੱਲ ਤੋਂ ਡਰਦੇ ਵੀ ਕਿਤੇ ਐਂ ਨਾ ਹੋ ਜੇ ਵੀ ਇੱਕ ਭਾਈਚਾਰੇ ਨੂੰ ਲਾਉਣ ਲੱਗੇ। ਉਹ ਕਹਿੰਦੇ ਖੜ ਜਾਓ ਰਾਹੁਲ ਗਾਂਧੀ ਤੋਂ ਪ੍ਰਵਾਨਗੀ ਲੈਣੀ। ਹੁਣ ਪ੍ਰਵਾਨਗੀ ਇਹ ਦੇਖੋ ਜਿਹੜੀ ਅਗਲੀ 3 ਮਹੀਨਿਆਂ ਦੀ ਸਰਕਾਰ ਹੈ ਨਾ, ਇਹਦੀ ਹਰ ਪ੍ਰਵਾਨਗੀ ਦਿੱਲੀੋਂ ਆਇਆ ਕਰੂਗੀ, ਇੱਥੇ ਨਹੀਂ ਆ ਸਕਦੀ। ਜੀ ਜੀ ਜੀ। ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਤੇ ਸਰੋਤਿਓ, ਅੱਜ ਦੇ ਸੰਖੇਪ ਪ੍ਰੋਗਰਾਮ ਲਈ ਮਾਫੀ ਚਾਹੁੰਦੇ ਹਾਂ ਤੇ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਮੁੱਕਦਾ ਹੈ। ਸੁਣਦੇ ਰਹੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ। ਦਲਬੀਰ ਬਰਾੜ ਚਾਹੁੰਦਾ ਆ ਗਿਆ। ਢਿੱਲੋਂ ਸਾਹਿਬ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸ਼ਮਾਦਾਨ।